ਅੱਜ ਦੇਸ਼ ਵਿਦੇਸ਼ ਵਿੱਚ ਸਾਡੇ ਦੇਸ਼ ਦੇ ਦਰਸ਼ਕ ਐਸਐਸਓ ਨਿਊਜ਼ ਚੈਨਲ ਵੱਲੋਂ ਉਹਨਾਂ ਸਾਰਿਆਂ ਭਰਾਵਾਂ ਨੂੰ ਸਵਾਗਤ ਹੈ ਸਾਡੇ ਵੱਲੋਂ ਤੇ ਸਾਡੇ ਚੈਨਲ ਵੱਲੋਂ। ਤੇ ਸੋ ਅਸੀਂ ਅੱਜ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨਾਲ ਅੱਜ ਅਸੀਂ ਉਹਨਾਂ ਦੇ ਨਾਲ ਖਾਸ ਗੱਲਬਾਤ ਵੀ ਕਰਾਂਗੇ, ਕਿਉਂਕਿ ਅੱਜ ਉਹ ਪੰਜਾਬ ਤੋਂ ਇੱਧਰ ਰਕਾਬਗੰਜ ਸਾਹਿਬ ਦਿੱਲੀ ਦੇ ਅੰਦਰ ਪਧਾਰੇ ਨੇ ਤਾਂ ਕਿ ਅੱਜ ਬੇਅੰਤ ਸਿੰਘ ਦੀ ਜਿਹੜੀ ਇੱਥੇ ਹਮੇਸ਼ਾ ਤਰ੍ਹਾਂ ਬਰਸੀ ਮਨਾਈ ਜਾਂਦੀ ਹੈ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਹਨ। ਸੋ ਅੱਜ ਮੇਰਾ ਪਹਿਲਾ ਸਵਾਲ ਹੈ ਕਿ ਜੀ ਅੱਜ ਜੋ ਸਰਦਾਰ ਬੇਅੰਤ ਸਿੰਘ ਦੀ ਆਪਾਂ ਇੱਥੇ ਬਰਸੀ ਮਨਾ ਰਹੇ ਹਾਂ ਤੇ ਉਹਦੇ ਬਾਰੇ ਆਪ ਜੀ ਕਿਸ ਤਰ੍ਹਾਂ ਦੇ ਨਾਲ ਮਤਲਬ ਇੱਥੇ ਜਿਹੜਾ ਕਿ ਬਰਸੀ ਮਨਾਉਂਦੇ ਹੋ ਔਰ ਕਿਸ ਤਰ੍ਹਾਂ ਦੇ ਨਾਲ ਅੱਗੋਂ ਸਾਡੀ ਸੰਗਤਾਂ ਨੂੰ ਜਿਹੜਾ ਕਿ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ, ਇਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ। ਹਾਂਜੀ, ਸਭ ਤੋਂ ਪਹਿਲਾਂ ਐਸਐਸਓ ਜਿਹੜਾ ਨਿਊਜ਼ ਚੈਨਲ ਹੈ ਤੇ ਮੇਰੇ ਸਤਿਕਾਰਯੋਗ ਜੇ ਸਾਡੇ ਇਸ ਦਿੱਲੀ ਸਟੇਟ ਦੇ ਪ੍ਰਧਾਨ ਸਰਦਾਰ ਸੰਸਾਰ ਸਿੰਘ ਜੀ ਤਾਜੋਂ, ਮੇਰੇ ਸਤਿਕਾਰਯੋਗ ਸਰਬਜੀਤ ਸਿੰਘ ਜੀ ਪਟਾਨੀ ਸਾਹਿਬ ਜੋ ਇੱਥੋਂ ਦੇ ਸੀਨੀਅਰ ਮੀਤ ਪ੍ਰਧਾਨ ਨੇ ਦਿੱਲੀ ਸਟੇਟ ਦੇ, ਸਾਡੇ ਸਰਜੀਤ ਸਿੰਘ ਰਾਈਆਂਵਾਲਾ ਜੋ ਫਰੀਦਕੋਟ ਜ਼ਿਲ੍ਹੇ ਦੇ ਪ੍ਰਧਾਨ ਨੇ, ਕੁਲਦੀਪ ਸਿੰਘ ਜੀ ਭਾਗੋਵਾਲ ਜੋ ਸਾਡੇ ਜਨਰਲ ਸੈਕਟਰੀ ਨੇ, ਬਲਜਿੰਦਰ ਸਿੰਘ ਲਸੋਈ ਜੋ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਤੇ ਪ੍ਰਗਟ ਸਿੰਘ ਜੀ ਜੋ ਕਿਸਾਨ ਯੂਨੀਅਨ ਸਾਡੇ ਫਿਰੋਜ਼ਪੁਰ ਦੇ ਪ੍ਰਧਾਨ ਨੇ, ਤੇ ਦਰਜਾ ਬਦਰਜਾ ਸਾਧ ਸੰਗਤ ਦਿੱਲੀ ਦੀਆਂ ਸੰਗਤਾਂ, ਪੂਰੇ ਭਾਰਤ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਜਿਹੜੀ ਸਿੱਖ ਕੌਮ ਨੂੰ ਪਿਆਰ ਕਰਦੀਆਂ, ਸਿੱਖ ਕੌਮ ਦੀ ਆਜ਼ਾਦੀ ਤੇ ਖਾਲਿਸਤਾਨ ਨੂੰ ਪਿਆਰ ਕਰਦੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪੰਜਾਬ ਦੀ ਧਰਤੀ ਤੋਂ ਜੋ ਗੁਰੂਆਂ ਪੀਰਾਂ ਦੀ ਧਰਤੀ ਹੈ, ਜੋ ਮਾਨਵਤਾਵਾਦੀ ਧਰਤੀ ਹੈ, ਜਿਹੜੀ ਧਰਤੀ ਤੋਂ ਸਦਾ ਹੀ ਬੇਇਨਸਾਫੀ ਦੇ ਖਿਲਾਫ ਜੰਗ ਉੱਠੀ ਹੈ, ਜ਼ਬਰ ਦੇ ਖਿਲਾਫ ਜੰਗ ਉੱਠੀ ਹੈ ਤੇ ਜਿਹੜੀਆਂ ਘੱਟ ਗਿਣਤੀਆਂ ਨੂੰ ਕੁਚਲਿਆ ਜਾਂਦਾ ਸੀ, ਭਾਵੇਂ ਮੁਸਲਮਾਨ ਕੌਮ ਹੋਵੇ, ਭਾਵੇਂ ਹਿੰਦੂ ਕੌਮ ਹੋਵੇ, ਭਾਵੇਂ ਈਸਾਈ ਕੌਮ ਹੁੰਦੇ, ਸਮੇਂ-ਸਮੇਂ ਇਤਿਹਾਸ ਦੇ ਮੁਤਾਬਕ ਉਹਨਾਂ ਦੇ ਜਦੋਂ ਜ਼ਬਰ ਹੁੰਦੇ ਸੀ, ਜ਼ੁਲਮ ਹੁੰਦੇ ਸੀ, ਸਿੱਖ ਬਿਨਾਂ ਕਿਸੇ ਦਵੈਤ ਤੋਂ, ਬਿਨਾਂ ਕਿਸੇ ਪਾਰਟੀਬਾਜ਼ੀ ਤੋਂ ਉੱਠ ਕੇ ਉਹ ਆਪਣਾ ਫਰਜ਼ ਬਣ ਕੇ, ਫਰਜ਼ ਸਮਝ ਕੇ ਉਹ ਉਹਨਾਂ ਦੇ ਹੱਕ ਵਿੱਚ ਉੱਠਦੇ ਰਹੇ ਤੇ ਜਰਮਾਨੇ ਨੂੰ ਰੋਕਦੇ ਵੀ ਰਹੇ ਤੇ ਉਹ ਧਰਮ ਨੂੰ ਬਚਾਉਣ ਲਈ ਉਹ ਸਦਾ ਆਪਣੀਆਂ ਸ਼ਹਾਦਤਾਂ ਵੀ ਦਿੰਦੇ ਰਹੇ। ਜਿਵੇਂ ਕਿ ਪਿੱਛੇ ਮੁਸਲਮਾਨ ਕੌਮ ਨੇ ਜ਼ਬਰ ਕੀਤਾ ਕਸ਼ਮੀਰੀ ਹਿੰਦੂਆਂ ਤੇ, ਪੰਡਤਾਂ ਤੇ ਗੁਰੂ ਤੇਗ ਬਹਾਦਰ ਨੇ ਆਪਣਾ ਸਿਰ ਦੇ ਦਿੱਤਾ, ਸ਼ਹਾਦਤ ਦੇ ਦਿੱਤੀ। ਉਸ ਤੋਂ ਬਾਅਦ ਸਮੇਂ ਨੇ ਕਰਵਟ ਬਦਲਿਆ ਤੇ ਹੁਣ ਜਿਹੜੀ 21ਵੀਂ ਸਦੀ ਹੈ, 20ਵੀਂ ਤੋਂ 21ਵੀਂ ਸਦੀ ਦੇ ਵਿੱਚ ਜ਼ੁਲਮ ਹੋਇਆ ਮੁਸਲਮਾਨ ਕੌਮ ਤੇ, ਉਹਨਾਂ ਦੀ ਬਾਬਰੀ ਮਸਜਿਦ ਢਾਈ ਗਈ, ਉਹਨਾਂ ਨੂੰ ਈਸਾਈਆਂ ਨੂੰ ਜਿੰਦਾ ਜਲਾ ਕੇ ਸਾੜ ਦਿੱਤਾ ਗਿਆ। ਮੁਸਲਮਾਨ ਕੌਮਾਂ ਦਾ ਮੋਦੀ ਨੇ 2011 ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਜ਼ੁਲਮ ਕੀਤਾ, ਵੀਡੀਓ ਬਣਾਈਆਂ ਉਹਨੇ ਬੀਬੀਆਂ ਬਣਾ ਕੇ, ਅਸੀਂ ਉੱਥੇ ਜਾ ਕੇ ਨਸਲਕੁਸ਼ੀ ਕੀਤੀ ਮੁਸਲਮਾਨ ਕੌਮ ਦੀ, ਕਸ਼ਮੀਰ ਦੇ ਵਿੱਚ ਨਸਲਕੁਸ਼ੀ ਕੀਤੀ, 370 ਧਾਰਾ ਤੋੜਤੀ, 35 ਤੋੜ ਕੇ ਮੋਦੀ ਨੇ, ਆਰਐਸਐਸ ਨੇ, ਬਜਰੰਗ ਦਲ ਨੇ ਤੇ ਨਾਗਪੁਰ ਦੀ ਸੋਚ ਨੇ ਬਹੁਤ ਮਾੜਾ ਕੰਮ ਕੀਤਾ ਜਿਵੇਂ ਸਿੱਖਾਂ ਨਾਲ ਕੀਤਾ ਤੇ ਅੱਜ ਸਿੱਖ ਫਿਰ ਉਹੀ ਮੁਸਲਮਾਨਾਂ ਦੇ ਹੱਕ ਵਿੱਚ ਖੜੇ ਆ। ਐਡੀ ਵੱਡੀ ਈਸਾਈ ਕੌਮ ਹੈ ਜਿਹਦਾ ਪੂਰੀ ਦੁਨੀਆ ਤੇ ਰਾਜ ਹੈ, ਉੱਥੇ ਉਹਨਾਂ ਤੇ ਵੀ ਜ਼ੁਲਮ ਹੋਇਆ। ਉੜੀਸਾ ਦੇ ਵਿੱਚ ਉਹਨਾਂ ਨੂੰ ਜਲਾ ਕੇ, ਜਿੰਦਾ ਜਲਾ ਕੇ ਸਾੜ ਦਿੱਤਾ ਗਿਆ। ਉਹਨਾਂ ਦੇ ਹੱਕ ਦੇ ਵਿੱਚ ਨਾ ਤਾਂ ਓਬਾਮਾ ਸਾਹਿਬ ਬੋਲੇ, ਨਾ ਫਿਰ ਬਿਲ ਕਲਿੰਟਨ ਜੀ ਬੋਲੇ ਤੇ ਨਾ ਹੀ ਹੁਣ ਸਾਡੇ ਜਿਹੜੇ ਹੁੰਦੇ ਰਾਸ਼ਟਰਪਤੀ ਹੈ ਜਿਹੜੇ ਟਰੰਪ ਸਾਹਿਬ, ਉਹ ਬੋਲੇ। ਉਹ ਜ਼ਬਰ ਦੇ ਖਿਲਾਫ ਬੋਲੇ, ਨਹੀਂ ਬੋਲਣਾ ਚਾਹੀਦਾ ਸੀ। ਜੇ ਬੀਜੇਪੀ ਆਰਐਸਐਸ ਨੇ ਜਿਹੜਾ ਜ਼ੁਲਮ ਕੀਤਾ ਸੀ ਤੇ ਟਰੰਪ ਸਾਹਿਬ ਤਾਂ ਮੋਦੀ ਨੂੰ ਆਪਦੇ ਮੁਲਕ ਦੇ ਵੜਨ ਨਹੀਂ ਦੇਣਾ ਚਾਹੀਦਾ ਸੀ। ਕਦੇ ਤੁਸੀਂ ਦੱਸੋ ਦੁਸ਼ਮਣ ਇੱਕ ਆਦਮੀ ਹੋਵੇ, ਜਿਵੇਂ ਫਰਜ਼ ਕਰੋ ਮੇਰਾ ਦੁਸ਼ਮਣ ਮੰਨ ਲਓ ਸਰਜੀਤ ਸਿੰਘ ਹੈ ਜਾਂ ਸੰਸਾਰ ਸਿੰਘ ਹੈ, ਇਹ ਮੇਰੇ ਪਿਓ ਦੀ ਪੱਗ ਲਾ ਦੇ, ਜਾਂ ਮੈਂ ਇਹਨਾਂ ਦਾ ਦੁਸ਼ਮਣ ਹੋਵਾਂ, ਮੇਰੇ ਪਿਓ ਦੀ ਪੱਗ ਲਾ ਦੇ, ਮੇਰਾ ਘਰ ਢਾ ਦੇ, ਮੇਰੀ ਧੀਆਂ ਭੈਣਾਂ ਦੀਆਂ ਬੇਪਤੀਆਂ ਕਰੇ, ਮੈਨੂੰ ਜਿੰਦਾ ਜਲਾ ਕੇ ਸਾੜ ਦਿੱਤੇ ਜਾਵੇ ਤੇ ਫਿਰ ਮੈਂ ਦੰਦੀਆਂ ਮੂਰਖ ਹੀ ਕਰਕੇ ਦੰਦੀਆਂ ਕੱਢ ਕੇ ਮੈਂ ਉਹਨੂੰ ਉਹਦੇ ਘਰ ਚ ਬੁਲਾਵਾਂ ਤੇ ਉਹਨਾਂ ਦੀ ਇੱਜ਼ਤ ਕਰਾਂ ਤੇ ਫਿਰ ਮੈਂ ਕਿਹੜਾ ਸਿਆਣਾ। ਇਸ ਤਰੀਕੇ ਮੇਰੀ ਗੱਲ ਨਹੀਂ ਸੀ ਕਰਨਾ ਚਾਹੀਦਾ। ਇਸ ਕਰਕੇ ਅਸੀਂ ਸਿੱਖ ਕੌਮ ਦੀ ਅੱਖ ਰੱਖੀ ਹੋਈ ਹੈ। ਅਸੀਂ ਮੋਦੀ ਨੂੰ ਵੀ ਮੂੰਹ ਨਹੀਂ ਲਾਇਆ
ਮੋਦੀ ਗਿਆ ਰਥ ਯਾਤਰਾ ਲੈ ਕੇ। ਹਾਂਜੀ रथ यात्रा करा के प्रकाश सिंह बादल कहता कि मैं तेरा वेलकम करना है। ਹਾਂਜੀ बीबी हरसिमरत कौर डब वाली कोले पंजाब की हद से किरपान लेके खड़ गई ते ਸਰੋਪਾ ਦੇ ਕੇ ਦੱਸੋ ਜੀ ਦੁਸ਼ਮਣ ਨੂੰ ਜਿਹੜਾ ਕਸਾਈ ਹੋਵੇ, ਮੋਦੀ ਕਸਾਈ ਸੀਗਾ ਆਪਣਾ ਅਡਵਾਨੀ ਸਾਹਿਬ, ਤੇ ਕਸਾਈ ਨੂੰ ਕਦੇ ਬੰਦਾ ਕਿਰਪਾਨ ਫੜਾਉਂਦਾ? ਹੁਣ ਮੁਰਗਿਆਂ ਨੇ ਕਦੇ ਕਸਾਈ ਨੂੰ ਕਿਰਪਾਨ ਫੜਾਈ ਆ, ਉਹਨਾਂ ਨੇ ਵੱਢਿਆ ਜਾਣਾ ਹੁੰਦਾ, ਪਰ ਕਿਸੇ ਮੁਰਗੇ ਨੇ ਵੀ ਇਹ ਨਹੀਂ ਕੀਤਾ ਇਕੱਠੇ ਹੋ ਕੇ ਕਿ ਭਾਈ ਮੇਰੀ ਕਿਰਪਾਨ ਲੈ ਤੇ ਮੇਰਾ ਵੱਢ ਦੇ ਸਿਰ। ਤੇ ਹਾਂ ਬਾਬੀ ਬੀਬਾ ਹਰਸਿਮਰਤ ਕੌਰ, ਪ੍ਰਕਾਸ਼ ਸਿੰਘ ਬਾਦਲ ਤੇ ਜਿੰਨਾ ਇਹ ਸਾਰਾ ਟੋਲਾ ਸੀ, ਇਹ ਤਾਂ ਉਹਨਾਂ ਮੁਰਗਿਆਂ ਤੋਂ ਵੀ ਮਾੜੇ ਆ, ਇਹਨਾਂ ਨੇ ਆਪ ਕਿਰਪਾਨ ਫੜਾਤੀ। ਇਹ ਬੀਬੀ ਹਰਸਿਮਰਤ ਨੂੰ ਕਿਉਂ ਸਵਾਗਤ ਕਰਾਇਆ? ਹੁਣ ਦੱਸੋ, ਬੰਦਿਆਂ ਦਾ ਬੀਬੀਆਂ ਵੀ ਕਦੇ ਸਵਾਗਤ ਕਰਦੀਆਂ? ਜੇ ਸਵਾਗਤ ਕਰਨਾ ਹੀ ਸੀ, ਕੌਮ ਦੀ ਬੇੜੀਆਂ 'ਚ ਵੱਟੇ ਪਾਉਣਾ ਸੀ, ਉਹ ਬੀਬੀ ਤੋਂ ਕੋਈ ਪਿਓ ਬਾਦਲ ਸਾਹਿਬ ਆਪ ਪਾਉਂਦੇ ਤਾਂ ਪਾਏ ਕਿ ਇਹਨੂੰ ਵਜ਼ੀਰ ਬਣਾਉਣਾ ਸੀ ਤੇ ਸਾਰੀ ਜਾਣ ਪਛਾਣ ਕਰਾਉਣੀ ਸੀ। ਇਹ ਸਾਰਾ ਕੁਝ ਕਰਕੇ ਉਸ ਵਕਤ ਫਿਰ ਅਸੀਂ ਜਿਹੜੀ ਡੱਬ ਵਾਲੀ ਦੀ ਜਿਹੜੀ ਹੱਦ ਤੇ ਮਾਨ ਸਾਹਿਬ ਦੇ ਸੰਦੇਸ਼ ਮੁਤਾਬਕ ਅਸੀਂ ਇੱਕ ਬੰਦਾ ਅਡਵਾਨੀ ਦੇ ਮਗਰ ਲਾਇਆ, ਉਹ ਮਗਰ ਆਇਆ। ਅੱਗੇ ਮੇਰਾ ਬੇਟਾ ਰੋਬਨਦੀਪ ਗਿਆ, ਮੇਰਾ ਭਰਾ ਕੰਵਰ ਨਿਹਾਲ ਸਿੰਘ ਗਿਆ ਹਾਰ ਲੈ ਕੇ, ਤੇ ਮੋਦੀ ਦੇ ਹਾਰ ਪਾਉਣੇ। ਉਹਨਾਂ ਨੇ ਪੁੱਛਿਆ ਵੀ ਕਿਉਂ ਹਾਰ ਪਾਉਣੇ? ਉਹ ਕਹਿੰਦੇ ਯਾਰ ਅਸੀਂ ਬਾਦਲ ਦੇ ਬੰਦੇ ਆ ਤੇ ਇਹ ਬੰਦਾ ਜੁਰਤ ਤਾਂ ਕਰਕੇ ਹਾਰ ਬਣੋ, ਕਹਿੰਦੇ ਹਾਰ ਤਾਂ ਪਾ ਨਹੀਂ ਸਕਦੇ। ਉਹ ਕਹਿੰਦੇ ਚੰਗੋ ਜੀ ਫਿਰ ਫਰੀਦਕੋਟ ਪਾ ਦਿਆਂਗੇ। ਉਹ ਫਿਰ 5ਵੀਂ ਰੋਜ਼ ਬੈਠੇ ਸੀ, ਜਦੋਂ ਪਤਾ ਲੱਗਿਆ ਅਡਵਾਨੀ ਨੇੜੇ ਆ ਗਿਆ, ਉਹ ਦੂਜੀ ਚ ਉੱਠ ਕੇ ਆ ਕੇ ਫੁੱਲ ਆਏ। ਤੇ ਜਦੋਂ ਅਡਵਾਨੀ ਆਇਆ ਮਗਰੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਰਹੀ ਸੀ ਤੇ ਅਡਵਾਨੀ ਚੌਂਕ ਜਾਇਆ ਤੇ ਉਹ ਉੱਤਰੇ ਬਟਨ ਨੱਪਿਆ, ਅਡਵਾਨੀ ਵਿੱਚੋਂ ਨਿਕਲੇ ਰੱਥ ਤੋਂ, ਉਹਦੀ ਬੇਟੀ ਨਾਲ ਨਿਕਲੀ ਤੇ ਸਾਡੇ ਸਿੰਘ ਨੇ ਉੱਠ ਕੇ ਕਿਹਾ ਮੋਦੀ ਗੋ ਬੈਕ, ਮੋਦੀ ਗੋ ਬੈਕ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਸਿਮਰਨਜੀਤ ਸਿੰਘ ਮਾਨ ਜਿੰਦਾਬਾਦ। ਜਦੋਂ ਨਾਰੇ ਲਾਏ ਤੇ ਸਾਰੇ 500 ਬੰਦਾ ਭੱਜ ਗਿਆ, 2 ਹੋ ਗਏ। ਜਦੋਂ ਛਿੱਤਰ ਲਾ ਕੇ ਮਾਰਨ ਲੱਗਿਆ ਤੇ ਉਹਨੇ ਜੱਫਾ ਪਾ ਲਿਆ। ਫਿਰ ਸਾਨੂੰ ਲੈ ਗਏ ਪਤਾ ਕਿੱਥੇ, ਫੜ ਕੇ ਮੇਰੇ ਬੇਟੇ ਨੂੰ ਡੱਬ ਵਾਲੀ ਲੈ ਗਏ। ਉਹ ਕਹਿੰਦੇ ਤੁਹਾਡੇ ਖਾਲਿਸਤਾਨ ਦਾ ਪਰਚਾ ਪਾਉਣਾ। ਅਸੀਂ ਨਹੀਂ ਪਾ ਸਕਦੇ, ਅਸੀਂ ਸਿਖਾਇਆ ਸੀ। ਫਿਰ ਟਵਾਣਾ ਸਾਹਿਬ ਨੇ ਕਾਪੀ ਦਿੱਤੀ, ਅਸੀਂ ਖਾਲਿਸਤਾਨ ਕਹਿ ਸਕਦੇ ਹਾਂ, ਬੋਲ ਸਕਦੇ, ਨਾਰਾ ਮਾਰਦੇ, ਵੋਟ ਮੰਗ ਸਕਦੇ ਆ। ਫਿਰ ਉਹਨਾਂ ਤੇ ਕੇਸ ਨਹੀਂ ਹੋ ਸਕਿਆ। ਇਹ ਸਾਰਾ ਜਿਹੜਾ ਜ਼ਬਰ ਤੇ ਜ਼ੁਲਮ ਕੀਤਾ ਹੈ, ਉਹ ਜ਼ੁਲਮ ਦੇ ਮੁਤਾਬਕ ਅੱਜ ਅਸੀਂ ਸ਼ਹੀਦ ਬੇਅੰਤ ਸਿੰਘ ਦਾ ਜਨਮ ਦਿਨ ਸ਼ਹੀਦੀ ਦਿਨ ਮਨਾਉਣ ਆ ਰਹੇ ਆ, ਕਿਉਂਕਿ ਇਹ ਸ਼ਹੀਦੀ ਉਹਨਾਂ ਨੇ ਆਪਣੇ ਘਰ ਲਈ ਨਹੀਂ ਦਿੱਤੀ, ਆਪਣੀ ਕੌਮ ਲਈ ਦਿੱਤੀ ਆ। ਤੇ ਨਾਲ ਅਸੀਂ ਅੱਜ ਦੇ ਦਿਨ ਭਾਈ ਸਤਵੰਤ ਸਿੰਘ ਤੇ ਕੇਰ ਸਿੰਘ ਨੂੰ ਵੀ ਯਾਦ ਕਰਾਂਗੇ, ਉਹਨਾਂ ਨੇ ਵੀ ਫਾਂਸੀਆਂ ਦਿੱਤੀਆਂ। ਤੇ ਬੇਅੰਤ ਸਿੰਘ ਨੂੰ ਤਾਂ ਨਾਲ ਦੀ ਨਾਲ ਇੱਥੇ ਗੋਲੀ ਮਾਰ ਦਿੱਤੀ ਸੀ, ਗੈਰ ਕਾਨੂੰਨੀ ਦੇ ਤੌਰ ਤੇ ਮਾਰ ਦਿੱਤੀ ਗਈ ਸੀ। ਤੇ ਉਸ ਤੋਂ ਬਾਅਦ ਅਸੀਂ ਸੁੱਖੇ ਜਿੰਦੇ ਨੂੰ ਵੀ ਯਾਦ ਕਰਾਂਗੇ, ਜਿਨ੍ਹਾਂ ਨੇ ਜਰਨਲ ਵਿਦਿਆ ਨੂੰ ਸਬਕ ਸੁਣਾਇਆ, ਚੰਗੇ ਚਣੇ ਚਬਾਏ ਪੂਨੇ ਦੀ ਧਰਤੀ ਤੇ। ਪਰ ਉਹ ਸਿੰਘਾਂ ਨੇ ਕਿਸੇ ਬੀਬੀ ਤੇ ਫੈਰ ਨਹੀਂ ਕੀਤਾ। ਮੈਂ ਪੂਨੇ ਜਾ ਕੇ ਆਇਆ, ਪੂਨੇ ਦੀ ਜੇਲ੍ਹ 'ਚ ਮਿਲ ਕੇ ਵੀ ਆਇਆ। ਉਹਨਾਂ ਨੇ ਜਦੋਂ ਉਹਨਾਂ ਨੂੰ ਮਾਰਿਆ ਨਾ, ਜਦੋਂ ਸਾਨੂੰ ਇਨਸਾਫ ਨਾ ਮਿਲਿਆ ਤਾਂ ਮਾਰਿਆ, ਜੇ ਇਨਸਾਫ ਪਹਿਲਾਂ ਮਿਲ ਜਾਂਦਾ। ਤੇ ਫਿਰ ਉਹਨਾਂ ਨਾਲ ਬੀਬੀ ਬੈਠੀ ਦੀ ਪਤਨੀ, ਉਹਨੂੰ ਨਹੀਂ ਪੁੱਛਿਆ। ਸਿਰਫ ਸਾਡੀ ਲੜਾਈ ਜ਼ੁਲਮ ਤੇ ਜ਼ਾਲਮ ਦੇ ਨਾਲ ਹੈ। ਇਹ ਸਾਰਾ ਜੋ ਦਰਬਾਰ ਸਾਹਿਬ ਤੇ ਹੋਇਆ, ਸਾਨੂੰ ਗੁਰਨਾਮ ਸਿੰਘ ਪਿੰਡਰਾਵਾਲੇ ਨੂੰ ਸ਼ਹੀਦ ਕਰ ਦਿੱਤਾ। ਸਾਡੀ ਪੱਗ ਡਿੱਗੀ ਪਈ ਸਿਰ ਤੋਂ, ਅਸੀਂ ਗੁਆਚੇ ਹੁੰਦੇ ਸੀ, ਜਿਵੇਂ ਸਾਡਾ ਗੁੰਮ ਹੋ ਗਿਆ। ਜਿਵੇਂ ਘਰ ਦੇ ਵਿੱਚੋਂ ਕੋਈ ਮਾੜਾ ਮਾੜਾ ਨੁਕਸਾਨ ਹੋ ਜੇ ਜਾਂ ਘਰ ਦਾ ਜੀ ਚਲਾ ਹੋਵੇ, ਆਪਣੀ ਕੀ ਹਾਲਾਤ ਹੁੰਦੀ ਹੈ। ਤੁਸੀਂ ਆਪਣੇ ਘਰ ਤੇ ਵੀ ਦੇਖੋ, ਸਾਰੇ ਦੇਖੋ ਐ ਹੁੰਦੀ ਹੈ। ਹੁਣ ਕੌਮ ਦੇ ਘਰ ਤੇ ਫੌਜ ਨੇ ਅਟੈਕ ਕੀਤਾ ਸੀ, ਰਿਸ਼ਤੇ ਕਰਦੇ ਸੀ। ਫਿਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬੜੇ ਸੋਚ ਨਾਲ ਵਿਚਾਰ, ਜਜ਼ਬਾਤੀ ਤੌਰ ਤੇ ਨਹੀਂ, ਰਿਜ਼ਾਈਨ ਦੇਤਾ। ਰਿਜ਼ਾਈਨ ਦੇ ਕੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ, ਲਾਂਤ ਭਰੀ ਚਿੱਠੀ ਲਿਖੀ, ਯਾਨੀ ਜੈਲਸਨ। ਤੇ ਜਦੋਂ ਚਿੱਠੀ ਲਿਖੀ, ਉਸ ਤੋਂ ਬਾਅਦ ਫਿਰ ਉਹ ਫੌਜ ਤੋਂ, ਆਪਣੀ ਪੁਲਿਸ ਤੋਂ, ਬੰਬੇ ਤੋਂ ਰੂਹ ਪੇਸ਼ ਹੋ ਗਈ। ਉਸ ਤੋਂ ਬਾਅਦ ਉਹਨਾਂ ਨੂੰ ਫੜਿਆ ਗਿਆ, ਨਾਹ ਕਿੱਥੇ ਗਈ, ਦਾੜੀ ਪੱਟੀ ਗਈ, ਪਰਿਵਾਰ ਖੇਰੂ ਕਰ ਦਿੱਤਾ ਗਿਆ। ਉਹ ਅੱਜ ਵੀ ਕੌਮ ਦੀ ਲੜਾਈ ਲੜ ਰਹੇ ਆ, ਆਜ਼ਾਦੀ ਦੀ ਲੜਾਈ। ਇਸ ਕਰਕੇ ਉਸ ਕੌਮ ਦਾ ਜਿਹੜਾ ਜਦੋਂ ਸਿਰ ਨੀਵਾਂ ਹੋਇਆ ਸੀ, ਫਿਰ ਸਤਵੰਤ ਸਿੰਘ ਤੇ ਬੇਅੰਤ ਸਿੰਘ ਉਹਨਾਂ ਨੇ ਇੰਦਰਾ ਗਾਂਧੀ ਨੂੰ ਪੰਥਕ ਰਵਾਇਤਾਂ ਮੁਤਾਬਕ ਇੱਥੇ ਦਿੱਲੀ ਦੇ ਵਿੱਚ ਹੀ ਉਹ ਜਿਹੜੀ ਬਿੱਲੀ ਇਮਾਰਤ ਸੀ ਸਿੱਖਾਂ ਨੇ ਢਾਲੀ, ਸਾਰਿਆਂ ਦੇ ਸਾਹਮਣੇ ਢਾਈ ਆ। ਫਿਰ ਉਹ ਕਿਉਂ ਢਾਈ? ਸਾਡਾ ਕੋਈ ਦੁਸ਼ਮਣੀ ਥੋੜੀ ਸੀ, ਸਾਡੀ ਦੁਸ਼ਮਣੀ ਸੀ ਕਿ ਉਹਨੇ ਸਾਡਾ ਦਰਬਾਰ ਸਾਹਿਬ ਢਾਇਆ। ਜਿਹੜੀ ਫੌਜ ਹੁੰਦੀ ਹੈ ਉਹ ਦੂਜੇ ਮੁਲਕ ਨਾਲ ਲੜਦੀ ਹੈ, ਫੌਜ ਆਪਣੇ ਨਾਲ ਥੋੜੀ ਲੜਦੀ ਹੈ। ਇਹ ਗੱਲ ਸਾਡੇ ਨਾਲ ਟੇਬਲ ਤੇ ਗੱਲ ਕੀਤੀ ਨਾ ਸੰਤ, ਕਿਉਂਕਿ ਸੰਤ ਲੀਡਰ ਸੀਗੇ, ਉਹਨਾਂ ਟੇਬਲ ਤੇ ਗੱਲ ਕਰਦੇ, ਹੱਲ ਕਰਦੇ। ਇਹ ਹੱਲ ਕਿਉਂ, ਪ੍ਰੋਬਲਮ ਕਿੱਥੋਂ ਖੜੀ ਹੋਈ? ਜਦੋਂ 1947 ਚ ਦੇਸ਼ ਦੀ ਵੰਡ ਹੋਈ ਹੈ, ਉਦੋਂ ਮੁਸਲਮਾਨ ਕੌਮ ਵੀ ਗੁਲਾਮ ਸੀ, ਈਸਾਈ ਤੇ ਅਸੀਂ ਸਾਰੇ ਤੇ ਹਿੰਦੂ ਵੀ ਗੁਲਾਮ ਸੀ। ਅਸੀਂ ਤਿੰਨੇ ਕੌਮ ਗੁਲਾਮ ਸੀਗੀਆਂ। ਕਿਹਦੀਆਂ? ਅੰਗਰੇਜ਼ ਦੀਆਂ। ਮੁਸਲਮਾਨ ਨੂੰ ਆਜ਼ਾਦੀ ਮਿਲ ਗਈ, ਪਾਕਿਸਤਾਨ ਬਣ ਗਿਆ। ਹਿੰਦੂ ਵੀਰ ਨੂੰ ਆਜ਼ਾਦੀ ਬਣ ਗਈ, ਹਿੰਦੁਸਤਾਨ ਬਣ ਗਿਆ। ਜਿਹੜੀ ਸਿੱਖ ਕੌਮ ਸੀ ਸਾਡੀ, ਉਹ ਸਾਡੇ ਅਨਪੜ੍ਹ ਲੀਡਰਾਂ ਦੇ
ਬੇਗੈਰਤੇ ਲੀਡਰਾਂ ਦੇ ਕਰਕੇ ਤੇ ਉਹ ਵਿਕੇ ਹੋਏ ਲੀਡਰਾਂ ਦੇ ਕਰਕੇ ਸਾਡਾ ਆਪਣਾ ਘਰ ਮਿਲ ਹੀ ਨਹੀਂ ਸਕਿਆ, ਅਸੀਂ ਗੁਲਾਮ ਰਹਿ ਗਏ। ਅਸੀਂ ਅੱਗੇ ਇੱਕ ਅੰਗਰੇਜ਼ਾਂ ਦੀ ਗੁਲਾਮੀ ਸੀ, ਫਿਰ ਅਸੀਂ ਮੁਸਲਮਾਨਾਂ ਦੀ ਗੁਲਾਮੀ 'ਚ ਫਸ ਗਏ ਤੇ ਇਧਰੋਂ ਇੰਡੀਆ ਦੀ ਗੁਲਾਮੀ 'ਚ ਫਸ ਗਏ। ਫਿਰ ਸਾਡਾ ਸਭ ਤੋਂ ਪਹਿਲਾਂ 15 ਅਗਸਤ 47 ਨੂੰ ਜਸ਼ਨ ਮਨਾ ਰਹੇ ਸੀ, ਪਟਾਕੇ ਚੱਲ ਰਹੇ ਸੀ। ਉਸ ਤੋਂ ਬਾਅਦ 16 ਅਗਸਤ ਚੜਿਆ, ਵੱਲਭ ਭਾਈ ਪਟੇਲ ਜਿਹੜਾ ਪਹਿਲਾ ਹੋਮ ਮਿਨਿਸਟਰ ਹੈ ਉਸਨੇ ਸਾਨੂੰ ਕਹਿਤਾ ਸਿੱਖ ਕੌਮ ਕੀ ਜਰਾਇਮ ਪੇਸ਼ਾ ਕੌਮਾਂ ਚੋਰਾਂ ਝਾੜਵੀਆਂ ਠੱਗਾਂ ਦੀ ਕੌਮ ਆਰਐਸਐਸ ਦਾ ਥਿੰਕ ਟੈਂਕ ਸੀ। ਉਹ ਆਰਐਸਐਸ ਕਾਂਗਰਸ 'ਚ ਪੜ ਰਹੀ ਹੈ, ਕਾਂਗਰਸ ਜਿਹੜੀ ਆਰਐਸਐਸ ਦੀ ਮਾਂ ਹੈ। ਹੁਣ ਤੁਸੀਂ ਵੇਖਿਆ ਕਿ ਵੱਲਭ ਭਾਈ ਪਟੇਲ ਹੋਮ ਮਿਨਿਸਟਰ ਕਾਂਗਰਸ ਦਾ ਸੀ ਤੇ ਉਹਦਾ 3300 ਕਰੋੜ ਰੁਪਏ ਨਾਲ ਚੈਨਾ ਚੋਂ ਬੁੱਤ ਬਣਾ ਕੇ ਲਿਆ ਕੇ ਲਾਇਆ, ਬਾਦਲ ਨੇ ਤਾਂਬਾ ਲੋਹਾ ਦਿੱਤਾ, ਉਹ ਤਾਂ ਫਿਰ ਆਰਐਸਐਸ ਨੇ ਲਾਇਆ, ਮੋਦੀ ਨੇ ਲਾਇਆ। ਇਸ ਕਰਕੇ ਜਿਹੜਾ ਸਾਡਾ ਆਪਣਾ ਘਰ ਸੀ ਆਰਐਸਐਸ, ਜਵਾਹਰ ਲਾਲ ਨਹਿਰੂ, ਗਾਂਧੀ, ਇਹਨਾਂ ਦੀ ਜੁੰਡਲੀ ਨੇ ਨਹੀਂ ਮੰਨ। ਜਿਸ ਤਰੀਕੇ ਹੁਣ ਕੇਜਰੀਵਾਲ ਆਰਐਸਐਸ ਦੇ ਥਿੰਕ ਟੈਂਕ ਹੈ, ਉਹ ਵੀ ਫਸਿਆ ਹੋਇਆ, ਉਹ ਸੁਧਰਿਆ ਰੂਪ ਆਰਐਸਐਸ ਦਾ। ਜਿਵੇਂ ਪਹਿਲਾਂ ਕਾਂਗਰਸ ਦੇ ਵਿੱਚ ਬੀਜੇਪੀ ਪਾਉਂਦੀ ਰਹੀ, ਹੁਣ ਬੀਜੇਪੀ ਦੇ ਵਿੱਚ ਸੁਧਰੇ ਹੋਏ ਕੇਜਰੀਵਾਲ ਪੜ ਰਿਹਾ। ਮੇਰਾ ਇੱਕ ਸਵਾਲ ਤੁਹਾਡੇ ਨਾਲ ਦੋ ਵੱਡੇ ਗੱਲ ਰੋਕਾਂਗਾ ਮੈਂ ਕਿ ਜਿਹੜੀ ਮਾਈ ਲਾਈਫ ਮਾਈ ਕੰਟਰੀ ਜਿਹੜੀ ਅਡਵਾਨੀ ਨੇ ਜਿਹੜੀ ਕਿਤਾਬ ਲਿਖੀ ਹੈ ਪਿਛਲੇ ਦਿਨ, ਮੈਂ ਵੀ ਉਸ ਨੂੰ ਪੜ੍ਹਿਆ ਚੰਗੀ ਤਰ੍ਹਾਂ। ਉਹਦੇ ਆਪਣੇ ਲਫ਼ਜ਼ ਨੇ ਕਿ ਇੰਦਰਾ ਗਾਂਧੀ ਜਿਹੜੀ ਹੈ ਕਿ ਬਈ ਕਦੀ ਵੀ ਦਰਬਾਰ ਸਾਹਿਬ ਦੇ ਉੱਪਰ ਉਹ ਹਮਲਾ ਨਹੀਂ ਸੀ ਚਾਹੁੰਦੀ, ਪਰ ਇਸ ਬੰਦੇ ਦੇ ਇਹ ਲਫ਼ਜ਼ ਉਸ ਕਿਤਾਬ ਦੇ ਵਿੱਚ ਲਿਖੇ ਹੋਏ ਨੇ ਕਿ ਬਈ ਮੈਂ ਉਸ ਇੰਦਰਾ ਗਾਂਧੀ ਦੇ ਦਬਾਅ ਪਾਇਆ ਸੀ, ਉਕਸਾਇਆ ਉਸ ਨੂੰ ਬਈ ਤੂੰ ਇਹ ਕੰਮ ਕਰ, ਜਾ ਕੇ ਮੌਕਾ ਇਹਨਾਂ ਨੂੰ ਜਾ ਕੇ ਖਤਮ ਕਰ, ਤੇ ਤਾਂ ਜਾ ਕੇ ਉਹ ਇਸ ਗੱਲ ਦੇ ਉੱਤੇ ਰਾਜੀ ਹੋਈ ਨਹੀਂ ਤੇ ਮੰਨਦੀ ਨਹੀਂ ਸੀ। ਤੇ ਇਹਨਾਂ ਦੇ ਕਹਿਣ ਦੇ ਉੱਤੇ ਇਹ ਜਿਹੜੇ ਅੱਜ ਪੰਜਾਬ ਦੇ ਪਿੱਛੇ ਪਏ ਹੋਏ ਨੇ ਜੋ ਲੋਕ, ਜੋ ਪੰਜਾਬ ਨੂੰ ਢਾਣ ਤੇ ਲੱਗੇ ਨੇ, ਬਿੱਲਾਂ ਦੇ ਉੱਤੇ ਢਾਣ ਤੇ ਲੱਗੇ ਨੇ, ਆਰਡੀਨੈਂਸ ਜਿਹੜੇ ਇਹਨਾਂ ਨੇ ਜਾਰੀ ਕੀਤੇ ਨੇ, ਸਿੱਖਾਂ ਦਾ ਘਾਣ ਕਰਨਾ ਚਾਹੁੰਦੇ ਨੇ, ਜੋ ਇਹਨਾਂ ਦਾ ਭਾਗਵਤ ਜਿਹੜਾ, ਅਸੀਂ ਉਹਦੇ ਬਾਰੇ ਤੁਹਾਡੇ ਕੋਲ ਥੋੜੇ ਜਿਹੇ ਸਵਾਲ ਪੁੱਛਾਂਗੇ ਕਿ ਹੁਣ ਕੱਲ ਦੀ ਇੱਕ ਨਵਾਂ ਬਿਆਨ ਵੀ ਆ ਰਿਹਾ ਸੀ ਕਿ ਜੋ ਭਗਵਤ ਇਹ ਗੱਲ ਕਹਿ ਰਿਹਾ ਸੀ ਵੀ ਅਸੀਂ ਹਿੰਦੂਤਵ ਦੇਸ਼ ਜਿਹੜਾ ਹੈ ਉਹ ਬਣਾ ਦਿੱਤਾ ਤੇ ਹੁਣ ਜਿਹੜੇ ਕਿ ਜਿੰਨੇ ਵੀ ਲੋਕ ਇਹ ਆਪਣੇ ਧਰਮਾਂ ਦੇ ਮੁਤਾਬਕ ਨੇ ਜੋ ਮਰਜ਼ੀ ਕਰੀ ਜਾਂਦੇ ਕਿ ਉਹ ਆਪਣੇ ਆਪ ਨੂੰ ਕਹਾਣਗੇ ਹਿੰਦੂ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਗੱਲ ਇਹ ਹੈ, ਤੁਸੀਂ ਗੱਲ ਸੱਚੀ ਤੇ ਅੰਕ ਭਰੀ ਕਹੀ ਹੈ ਵੀ ਅਡਵਾਨੀ ਜਿਹੜਾ ਬਹੁਤ ਜ਼ਾਲਮ ਆਦਮੀ ਹੈ ਤੇ ਪਾਕਿਸਤਾਨ ਚੋਂ ਭਗੌੜਾ ਹੋਇਆ। ਇਹ ਅੱਜ ਵੀ ਪਾਕਿਸਤਾਨ ਦੇ ਵਿੱਚ ਪੀਯੂ ਹੈ, ਇਹਦਾ ਬਹੁਤ ਕ੍ਰਿਮੀਨਲ ਆਦਮੀ ਸੀ। ਠੀਕ ਹੈ, ਚੱਲ ਪਾਕਿਸਤਾਨ ਦੀ ਵੰਡ ਤੋਂ ਬਾਅਦ ਇੱਧਰ ਆ ਗਿਆ, ਇਹਨੇ ਕਿਤਾਬ ਲਿਖੀ ਮਾਈ ਕੰਟਰੀ ਮਾਈ ਲਾਈਫ, ਮੇਰਾ ਦੇਸ਼ ਮੇਰੀ ਜ਼ਿੰਦਗੀ। ਹੁਣ ਉਹਦੇ ਵਿੱਚ ਇਸ ਬੰਦੇ ਨੇ ਕੀ ਲਿਖਿਆ? ਇਸ ਬੰਦੇ ਨੇ ਲਿਖਿਆ ਵੀ ਇੰਦਰਾ ਗਾਂਧੀ ਸੀ, ਇਹ ਥੋੜਾ ਜਿਹਾ ਝਿਜਕਦੀ ਸੀ, ਥੋੜਾ ਜਿਹਾ ਝਿਜਕਦੀ ਸੀ। ਉਹ ਕਹਿੰਦੀ ਸੀ ਕਿ ਮੈਂ ਚੱਕਾ ਤੱਕਾ ਸੀ ਤੇ ਕਹਿੰਦਾ ਮੈਂ ਕਿਹਾ ਔਰ ਫਸਾਇਆ ਤੇ ਫਿਰ ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਫਿਰ ਇਹਨਾਂ ਨੇ ਆਵਾਜ਼ ਪਾਈ ਤੇ ਇਹਨਾਂ ਨੇ ਇਕੱਠੇ ਹੋ ਕੇ ਉਹਨੂੰ ਵਧਾਈਆਂ ਦਿੱਤੀਆਂ। ਵਧਾਈਆਂ ਦੇ ਕੀ ਹੈ ਵੀ ਤੂੰ ਸਾਡੀ ਦੁਰਗਾ ਮਾਤਾ। ਸਿੱਖਾਂ ਨਾਲੋਂ ਜਿਹੜਾ ਸਬਕ ਸਿੱਖਾਂ ਨੂੰ ਸਿਖਾਇਆ, ਦੇਰ ਨਾਲ ਕੀਤਾ ਦੁਰਸਤ ਫੈਸਲਾ ਪਰ ਬਹੁਤ ਵਧੀਆ ਕੀਤਾ। ਫਿਰ ਇਹਨੂੰ ਵਧਾਈਆਂ ਦਿੱਤੀਆਂ। ਇਹ ਤਾਂ ਅਕਸਰ ਦੇਣੀਆਂ ਸੀ, ਸਿੱਧੀ ਜੀ ਗੱਲ ਸੀ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਕਾਂਗਰਸ, ਬੀਜੇਪੀ, ਆਰਐਸਐਸ, ਸੋਵੀਅਤ ਰੂਸ, ਬਰਤਾਨੀਆ ਰਵੈਤੀ, ਪ੍ਰਕਾਸ਼ ਸਿੰਘ ਬਾਦਲ, ਟੌੜਾ, ਬਲਵੰਤ ਸਿੰਘ, ਬਰਨਾਲਾ ਸਾਹਿਬ, ਰਾਮੂ ਵਾਲੀਆ, ਖਜ਼ਾਨਾ ਵਜ਼ੀਰ ਬਲਵੰਤ ਸਿੰਘ, ਤੇ ਇਹ ਸਾਰਿਆਂ ਨੇ ਰਲ ਕੇ ਸਾਡਾ ਦਰਬਾਰ ਸਾਹਿਬ ਢਾਇਆ। ਹੁਣ ਜੇ ਦਰਬਾਰ ਸਾਹਿਬ ਤੇ ਲੜਾਈ ਹੁੰਦੀ, ਸੰਤ ਤਾਂ ਸ਼ਹੀਦ ਹੋ ਗਏ ਆ, ਉਹਨਾਂ ਦੀਆਂ ਇੱਕ ਦੇ ਵਿੱਚ 72 ਗੋਲੀਆਂ ਵੱਜੀਆਂ, ਇੱਕ ਵੀ ਪਿੱਠ 'ਚ ਨਹੀਂ ਵੱਜੀ। ਉਹਨਾਂ ਨੇ ਫੌਜਾਂ ਦੀਆਂ ਚੌਂਟੇ ਚੱਕ ਕੇ ਇਤਿਹਾਸ ਕਾਇਮ ਕਰ ਦਿੱਤਾ ਹੈ। ਜਰਨਲ ਸ਼ਬੇਗ ਸਿੰਘ, ਬਾਬਾ ਠਾਰਾ ਸਿੰਘ, ਭਾਈ ਅਮਰੀਕ ਸਿੰਘ ਹੋਰਾਂ ਨੇ। ਤੇ ਫਿਰ ਇਹਨਾਂ ਦੇ ਰਲੇ ਤਾਂ ਸੀ ਬਾਹਾਂ ਖੜੀਆਂ ਜਾਂ ਸ਼ਹੀਦੀ ਦੇ ਦਿੰਦੇ। ਇਸ ਕਰਕੇ ਇਹ ਵਿੱਚ ਕਰਿੰਦੇ ਬਿਠਾਏ ਸੀਗੇ। ਹੁਣ ਵੀ ਤੁਸੀਂ ਇਹ ਫਿਰ ਤੁਸੀਂ ਸਮਝ ਲਓ ਕਰਿੰਦੇ ਕਿਉਂ ਬਿਠਾਏ ਸੀ। ਹੁਣ ਰਾਮੀਆਂ ਵਾਲਾ ਸਾਹਿਬ ਕਦੇ ਤਾਂ ਵਜ਼ੀਰ ਬਣ ਜਾਂਦਾ ਦੇਵਗੌੜਾ ਦੀ ਸਰਕਾਰ 'ਚ, ਨਾ ਹੋ ਐਮਪੀ ਬਣਦਾ। ਦੱਸੋ ਵੀ ਕਿਹਨੂੰ ਦਿੰਦਾ ਹੁੰਦਾ ਐ ਕੋਈ ਚੀਜ਼ ਦੇ ਦੇਣੀ ਤੁਸੀਂ? ਜੇ ਫਰਜ਼ ਕਰੋ ਤੁਸੀਂ ਟਰੈਕਟਰ ਵੀ ਧਾਰ ਦੇਣਾ ਆਪਣੀ ਖੇਤੀ ਕਰ ਲਈ, ਜਾਂ ਤੁਸੀਂ ਕੈਮਰਾ ਕਿਸੇ ਨੂੰ ਧਾਰ ਦੇਣਾ, ਜੇ ਤੁਹਾਡੇ ਨਾਲ ਬਣਦੀ ਹੈ ਫੇਰ ਹੀ ਦਿਓ, ਕੋਈ ਦਿੰਦਾ ਜੀ। ਇਸ ਕਰਕੇ ਇਹਨੂੰ ਵਜ਼ੀਰੀ ਦਿੱਤੀ। ਫਿਰ ਮੁਲਾਇਮ ਸਿੰਘ ਯਾਦਵ ਨੇ ਉਹ ਯੂਪੀ ਦੇ ਵਿੱਚ ਇਹਨੂੰ ਵਜ਼ੀਰੀ ਦਿੱਤੀ ਤੇ ਕੈਬਨਿਟ ਮਿਨਿਸਟਰ ਬਣਾਤਾ। ਪ੍ਰਕਾਸ਼ ਸਿੰਘ ਬਾਦਲ ਨੂੰ ਬਚਾ ਕੇ ਰੱਖਿਆ। ਫਿਰ ਟੇਢੇ ਢੰਗ ਨਾਲ ਸਾਡੀਆਂ ਚੋਣਾਂ ਕੈਂਸਲ ਕਰਕੇ, ਜਿਹੜੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਮਾਨ ਸਾਹਿਬ ਐਮਪੀ ਬਣ ਰਹੇ ਸੀ, ਨਰਸਿਮਹਾ ਰਾਓ ਜਿਹੜਾ ਚੰਦਰ ਸ਼ੇਖਰ ਸੀ ਜਿਹੜਾ ਪ੍ਰਧਾਨ ਮੰਤਰੀ, ਉਸ ਤੋਂ ਬਾਅਦ ਚੋਣਾਂ ਹੋਈਆਂ। ਚੋਣਾਂ ਦੇ ਵਿੱਚ ਨਰਸਿਮਹਾ ਰਾਓ ਜਿਹੜਾ ਬਣ ਗਿਆ ਪ੍ਰਧਾਨ ਮੰਤਰੀ। ਉਹਨੇ ਨੇ ਗੈਰ ਕਾਨੂੰਨੀ ਕੰਮ ਕੀਤਾ। ਨਾ ਉਹਨੇ ਪ੍ਰਧਾਨ ਮੰਤਰੀ ਦੀ ਸਹੁੰ ਚੱਕੀ ਸੀ, ਰਿਜ਼ਲਟ ਉਹਨੇ ਬਾਕੀ ਸੀ, ਤੇ ਪੰਜਾਬ ਦੀਆਂ ਚੋਣਾਂ ਇੱਕ ਦਿਨ ਪਹਿਲਾਂ ਰੱਦ ਕਰ ਦਿੱਤੀਆਂ। ਇਹ ਗੈਰ ਕਾਨੂੰਨੀ ਵਰਤਾਰਾ ਕੀਤਾ ਸਾਰਾ ਕੁਝ।
ਇਹ ਸਾਰਾ ਕੁਝ ਜਿਹੜਾ ਹੋਇਆ ਹੈ ਇਹ ਸਿੱਖ ਕੌਮ ਨੂੰ ਜਲੀਲ ਕਰਨ ਲਈ ਹੋ ਰਿਹਾ ਤੇ ਘੱਟ ਗਿਣਤੀਆਂ ਨੂੰ ਜਲੀਲ ਕਰਨ ਲਈ ਹੋ ਰਿਹਾ। ਅੱਜ ਵੀ ਸਾਡੇ ਤੇ ਜਿਹੜੇ ਜ਼ੁਲਮ ਹੋ ਰਹੇ ਨੇ ਇਹ ਜ਼ੁਲਮ ਇੱਕ ਪਲਾਨ ਦੇ ਤਹਿਤ ਹੋ ਰਹੇ ਨੇ ਤੇ ਜਿਹੜਾ ਖਾਲਿਸਤਾਨ ਦਾ ਜਿਹੜਾ ਰਾਈਟ ਹੈ ਸਾਨੂੰ ਉਹ ਸਾਨੂੰ ਮਿਲਿਆ ਸੁਪਰੀਮ ਕੋਰਟ ਵੱਲੋਂ। ਸੰਵਿਧਾਨ ਦੀ ਧਾਰਾ 14 19 21 ਦੇ ਮੁਤਾਬਕ ਅਸੀਂ ਕੋਈ ਮੁਜ਼ਾਹਰਾ ਕਰ ਸਕਦੇ ਹਾਂ, ਧਰਨਾ ਲਾ ਸਕਦੇ ਹਾਂ, ਸੜਕ ਰੋਕ ਸਕਦੇ ਹਾਂ ਤੇ ਅਸੀਂ ਫਿਰ ਟੈਂਕੀ ਤੇ ਵੀ ਚੱਲ ਸਕਦੇ ਹਾਂ ਬਸ਼ਰਤੇ ਉਹਦੇ ਚ ਗੱਲ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਜਾਨ ਮਾਲ ਦੀ ਨੁਕਸਾਨੀ। ਇਸੇ ਤਰੀਕੇ ਸੰਵਿਧਾਨ ਦੀ ਧਾਰਾ 55 ਦੇ ਵਿੱਚ ਸਾਡਾ ਰਾਈਟ ਹੈ ਕਿ ਅਸੀਂ ਇਹ ਖਾਲਿਸਤਾਨ ਮੰਗ ਸਕਦੇ ਹਾਂ ਕਿਉਂਕਿ ਜਦੋਂ ਸਰਸੇ ਵਾਲਾ ਸਾਹਿਬ ਸੀ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੋਂ ਪਹਿਲਾਂ ਸਲਾਬਤਪੁਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਪੋਸ਼ਾਕ ਪਾਈ ਤੇ ਉੱਥੇ ਬਾਟਾ ਤਿਆਰ ਕਰ ਲਿਆ ਪਾਣੀ ਦਾ, ਗੁਲਾਬੀ ਪਾਣੀ ਦਾ। ਗੁਰੂ ਗੋਬਿੰਦ ਸਿੰਘ ਦੀ ਰੀਸ ਕਰਦਾ, ਚੀਜੀ ਤੇ ਸਾਲੇ ਦੇ ਚੀਰ ਨਹੀਂ ਆਏਗਾ, ਉਹ ਕਰਦਾ ਹੈ। ਉਹ ਉਸ ਨੇ ਜਦੋਂ ਬਾਟਾ ਤਿਆਰ ਕਰ ਲਿਆ, ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਨਾ ਇਹਦੀ ਸੀਡੀਐਮ ਪਤਾ ਨਾ ਟੈਲੀਵਿਜ਼ਨ ਪਤਾ, ਅਜੀਤ ਅਖਬਾਰ 'ਚ 5 ਲੱਖ ਦਾ ਇਸ਼ਤਿਹਾਰ ਲੱਗ ਗਿਆ, ਸਪੋਕਸਮੈਨ ਇਸ਼ਤਿਹਾਰ ਲੱਗ ਗਿਆ, ਜਗਬਾਣੀ ਇਸ਼ਤਿਹਾਰ ਲੱਗ ਗਿਆ, ਬਾਟਾ ਪੇ ਜਾਮੇ ਇੰਸਾ ਪਿਆ ਤਾਂ ਇੰਸਾ ਬਣਾ ਦਿੱਤੇ। ਇਹ ਵੀ ਨਾਗਪੁਰ ਨਾਲ ਬਣਿਆ, ਨਾਗਪੁਰ ਦੀ ਰਾਇ ਤੋਂ ਬਗੈਰ ਕੋਈ ਨਹੀਂ ਬਣੇ। ਨਾਗਪੁਰ ਹੀ ਡੇਰੇ ਨੂੰ ਉਧਾਰਿਆ, ਨਾਗਪੁਰ ਹੀ ਸਰਸੇ ਸਾਧ ਨੂੰ ਸ਼ਹਿ ਦੇ ਰਿਹਾ ਤੇ ਉਹ ਜਿੰਨੇ ਵੀ ਡੇਰਾਵਾਦ ਹੈ ਉਹਨੂੰ ਸਾਰਿਆਂ ਨੂੰ ਸ਼ਹਿ ਦੇ ਰਿਹਾ। ਇਹ ਸਾਰੀਆਂ ਜਿਹੜੀਆਂ ਗੱਲਾਂ ਕਿਹਨੇ ਕੀਤੀਆਂ? ਇਹ ਇਹਨਾਂ ਨੇ ਕੀਤੀਆਂ। ਤੇ ਫਿਰ ਜਦੋਂ ਸਰਸੇ ਵਾਲੇ ਸਾਧ ਦੀ ਜਦੋਂ ਇਹ ਗੱਲਬਾਤ ਹੋ ਗਈ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਮੁੜ ਕੇ ਬਾਅਦ ਚ ਰੌਲਾ ਪਾਤਾ ਤੇ ਰੌਲਾ ਪਾਤਾ ਮਾਨ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਤੇ ਉਥੇ ਕੀ ਕਿਹਾ? ਉਥੇ ਮਾਨ ਸਾਹਿਬ ਉਸ ਬੇਅੰਤ ਸਿੰਘ ਦੀ ਮੁੱਖ ਮੰਤਰੀ ਉਹਦੇ ਗੱਲ 'ਚ ਉਹਨਾਂ ਬੁੱਤ ਲਾਤਾ, ਜਿਹੜਾ ਜ਼ਾਲਮ ਮੁੱਖ ਮੰਤਰੀ ਹੈ ਜਿਹਨੇ ਜਥੇਦਾਰ ਕੌਂਕੇ ਜਿਹੜਾ ਕਾਲ ਤੱਕ ਦਾ ਜਥੇਦਾਰ ਸੀ ਮੇਰੇ ਸਾਹਮਣੇ ਸ਼ਹੀਦ ਕੀਤਾ, ਮੈਨੂੰ ਵੀ ਮਾਰ ਦੇਣਾ ਸੀਗਾ। ਤੇ ਉਸ ਦੇ ਮਾਨ ਸਾਹਿਬ ਨੇ ਗੱਲ 'ਚ ਬੁੱਤ ਲਾਇਆ ਤੇ ਹਾਰ ਪਾਤੇ ਦਿਲਾਵਰ ਸਿੰਘ ਦਾ ਤੇ ਰਾਜਵਾਨਾ ਸਾਹਿਬ ਦਾ ਤੇ ਇਹ ਸਾਰੇ ਸਿੰਘਾਂ ਦਾ ਦਾਨ ਪਾਤਾ ਵੀ ਬੇਅੰਤ ਸਿੰਘ ਜਿਹੜਾ ਬੁੱਤ ਹੈ ਇਹ ਸਾਡਾ ਯੋਧਾ ਸ਼ਹੀਦ ਨਹੀਂ ਗਿਆ। ਸਾਡੇ ਜਿਹੜੇ ਜਰਨੈਲ ਹੈ ਉਹ ਹੈਗੇ ਆ ਭਾਈ ਦਿਲਾਵਰ ਸਿੰਘ ਹੋਰੀ ਸਾਡੇ ਹੈਗੇ ਆ। ਮਾਨ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ। ਉਧਰੋਂ ਸਲਾਬਤਪੁਰੇ ਦੀ ਗੱਲ ਚੱਲ ਪਈ ਤੇ ਮਾਨ ਸਾਹਿਬ ਨੇ ਪੱਠਲ ਹੁੰਦੀ ਸੀ ਆਪੋਜੀਸ਼ਨ, ਉਹਨਾਂ ਨੇ ਰਲ ਕੇ ਸੰਧੀ ਕਰ ਲਈ ਕਾਂਗਰਸ ਨੇ। ਉਹ ਕਹਿੰਦੇ ਵੀ ਤੁਸੀਂ ਮਾਨ ਸਾਹਿਬ ਤੇ ਪਰਚਾ ਦਰਜ ਕਰਦੇ ਹੋ ਦੇਸ਼ ਧਰੋਹੀ ਦਾ, ਅਸੀਂ ਤੁਹਾਡੀ ਮਦਦ ਕਰ ਦਿੰਦੇ ਹਾਂ। ਤੇ ਫਿਰ ਕੀ ਹੋਇਆ? ਸਰਸੇ ਵਾਲੇ ਸਾਹਿਬ ਦੇ ਸਬੰਧ ਦੇ ਵਿੱਚ ਪੱਠਲ ਨੇ ਤੇ ਕਾਂਗਰਸ ਨੇ ਮਦਦ ਕਰਤੀ, ਮਾਨ ਸਾਹਿਬ ਦੇ ਪਰਚਾ ਦੇਸ਼ ਧਰੋਹੀ ਦਾ। ਫਿਰ ਅਸੀਂ ਸਾਰੇ ਪੰਜਾਬ 'ਚ ਮੁਜ਼ਾਹਰੇ ਲਾਏ ਕੀਤੇ। ਅਸੀਂ ਕਿਹਾ ਸਿਮਰਜੀਤ ਸਿੰਘ ਮਾਨ ਨੂੰ ਲਿਆ ਕਰੋ ਤੇ ਸਰਸੇ ਵਾਲੇ ਨੂੰ ਗ੍ਰਿਫਤਾਰ ਕਰੋ। ਫੜਨਾ ਸੀ ਸਰਸੇ ਵਾਲੇ ਨੂੰ ਤੇ ਫੜ ਲਿਆ ਸਿਮਰਜੀਤ ਸਿੰਘ ਮਾਨ ਨੇ ਜੋ ਨਾਰੇ ਲਾਏ। ਤੇ ਫਿਰ ਇਹਨਾਂ ਦੇ ਖਾਲਿਸਤਾਨ ਦਾ ਕੇਸ ਪਤਾ ਜਲੰਧਰ 'ਚ, ਉਥੋਂ ਵੀ ਫਿਰ ਅਸੀਂ ਖਾਲਿਸਤਾਨ ਦਾ ਕੇਸ ਅਸੀਂ ਹਾਈ ਕੋਰਟ 'ਚ ਜਿੱਤ ਗਏ। ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਪਾਇਆ ਕਿ ਮਾਨ ਸਾਹਿਬ ਮਾਹੌਲ ਖਰਾਬ ਕਰਨਗੇ ਭਾਵੇਂ ਮੁਸਰਤ ਘਾਲੀ ਨੂੰ ਜਿਹੜਾ ਮੈਮੋਰੈਂਡਮ ਦਿੱਤਾ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਖਾਲਿਸਤਾਨ ਦੇ ਉੱਤੇ, ਉਹ ਭਾਵੇਂ ਖਾਲਸਾ ਦੇ ਦਸਤਖਤ ਕੀਤੇ ਜਿਵੇਂ ਕੈਪਟਨ ਵਰਿੰਦਰ ਸਿੰਘ ਨੇ ਅੰਮ੍ਰਿਤਸਰ ਲਾਮਨਾਮੇ ਤੇ, ਟੌੜਾ ਸਾਹਿਬ, ਬਰਨਾਲਾ ਸਾਹਿਬ, ਭਾਈ ਮਨਜੀਤ ਸਿੰਘ ਜੀ, ਮਾਨ ਸਾਹਿਬ ਸਾਰਿਆਂ ਨੇ ਅੰਮ੍ਰਿਤਸਰ ਨਾਮੇ ਨੇ ਖਾਲਿਸਤਾਨ ਤੇ ਸਾਈਨ ਕੀਤੇ, ਮੁੜ ਕੇ ਭੱਜ ਗਏ। ਤੇ ਫਿਰ ਜਦੋਂ ਇਹ ਸਾਰੀ ਗੱਲ ਹੋਈ ਤਾਂ ਫਿਰ ਜਦੋਂ ਮਾਨ ਸਾਹਿਬ ਨੂੰ ਦਾ ਕੇਸ ਉਹਨਾਂ ਨੇ ਪਾਤਾ ਚੱਕ ਕੇ ਹਾਈ ਕੋਰਟ 'ਚ, ਫਿਰ ਹਾਈ ਕੋਰਟ ਤੋਂ ਬਾਦਲ ਸਾਹਿਬ ਨੇ ਕਿਹਾ ਮਾਹੌਲ ਖਰਾਬ ਕਰੂਗਾ ਖਾਲਿਸਤਾਨ ਦੇ ਅੱਗੇ ਮਾਨ ਸਾਹਿਬ। ਇਹ ਕੇਸ ਅਸੀਂ ਸੁਪਰੀਮ ਕੋਰਟ ਤੇ ਲਿਆਂਦਾ। ਜਸਟਿਸ ਡੀ.ਐਮ. ਸ਼ਾਹ ਤੇ ਜਸਟਿਸ ਕਾਟੂ ਮਾਰਕੰਡੇ ਉਹਨਾਂ ਨੇ ਇਹਨਾਂ ਦੀ ਅਪੀਲ ਸੁਣੀ ਨਹੀਂ, ਡਿਸਮਿਸ ਕਰਕੇ ਖਾਲਿਸਤਾਨ ਦੇ ਹੱਕ ਵਿੱਚ ਉਹਨਾਂ ਨੇ ਗੱਲ ਕੀਤੀ। ਉਹ ਫਿਰ ਸਾਡੇ ਜਦੋਂ ਬਗਰਾੜੀ ਮੋਰਚਾ ਸੀ, ਜਦੋਂ 2 ਸਿੰਘ ਸ਼ਹੀਦ ਹੋਏ ਸੀ, ਉਦੋਂ ਸਾਡੀ ਇਨਵੈਸਟੀਗੇਸ਼ਨ 'ਚ ਗਏ ਸੀ ਜਸਟਿਸ, ਉੱਥੇ ਵੀ ਕਹਿ ਕੇ ਆਏ ਹੈ ਕਿ ਖਾਲਿਸਤਾਨ ਕਹਿਣਾ ਮੰਗਣਾ ਕੋਈ ਗੁਨਾਹ ਨਹੀਂਗਾ, ਜਿਵੇਂ ਪਾਕਿਸਤਾਨ ਮੁਲਕ ਬਣਿਆ, ਜਿਵੇਂ ਹਿੰਦੁਸਤਾਨ ਬਣਿਆ। ਇਸ ਕਰਕੇ ਇਹ ਸਾਰੀਆਂ ਗੱਲਾਂ ਇਹ ਜਾਇਜ਼ ਹੈ। ਸੋ ਮੇਰਾ ਇੱਕ ਅਗਲਾ ਸਵਾਲ ਪੰਜਾਬ ਤੋਂ ਹੈ ਕਿ ਜਿਹੜੇ ਸਾਡੇ 328 ਸਰੂਪ ਜਿਹੜੇ ਚੋਰੀ ਹੋਏ ਜਾਂ ਗੁੰਮ ਹੋਏ ਨੇ, ਇਸ ਵਕਤ ਉੱਥੇ ਸੰਗਤਾਂ ਮੋਰਚਾ ਲਾ ਕੇ ਬੈਠੀਆਂ ਨੇ ਤੇ ਅਕਾਲ ਤਖਤ ਦਾ ਜਿਹੜਾ ਜਥੇਦਾਰ ਸਾਹਿਬ ਨੇ ਉਹਨਾਂ ਦੀ ਅੱਖ ਦੇਖ ਨਹੀਂ ਰਹੀ, ਕਿਉਂਕਿ ਪਿਛਲੇ ਦਿਨੀ ਇੱਥੇ ਰਕਾਬਗੰਜ ਸਾਹਿਬ ਦੇ ਅੰਦਰ 5 ਸਿੰਘ ਇਸ ਚੱਕਰ ਦੇ ਵਿੱਚ ਉਹਨਾਂ ਨੇ ਇੱਥੇ ਮੋਰਚਾ ਲਾਇਆ ਸੀ, 5 ਸਿੰਘਾਂ ਨੇ, ਤੇ ਦਾਸ ਉਦੋਂ ਆਇਆ ਸੀ ਤੇ ਉਹਨਾਂ ਕੋਲੋਂ ਮੈਂ ਬਹੁਤ ਪੁੱਛਿਆ ਵੀ ਤੁਸੀਂ ਕਿਹੜੀ ਜਥੇਬੰਦੀ ਦੇ ਹੋ, ਕਿੱਥੋਂ? ਉਹ ਕਹਿ ਲਗੇ ਅਸੀਂ ਕਿਸਾਨਾਂ ਦੀ ਜਥੇਬੰਦੀ। ਕਹਾਂਗਾ ਮੈਨੂੰ ਜਥੇਬੰਦੀ ਦਾ ਨਾਮ ਦੱਸੋ। 31 ਜਥੇਬੰਦੀਆਂ ਨੇ। ਉਹਨਾਂ ਨੇ ਮੈਨੂੰ ਕਿਸੇ ਜਥੇਬੰਦੀ ਦਾ ਨਾਮ ਨਹੀਂ ਦੱਸਿਆ ਵੀ ਅਸੀਂ ਕੌਣ ਆ ਕੀ ਨਹੀਂ। ਤੇ ਮੈਂ ਕਿਸਾਨਾਂ ਦੀ ਜਥੇਬੰਦੀ ਨਾਲ ਪੰਜਾਬ 'ਚ ਗੱਲ ਕੀਤੀ। ਮੈਂ ਕਿਹਾ ਜੀ ਆਹ ਬੰਦੇ 5 ਬੈਠੇ ਨੇ, ਇਹ ਕੌਣ ਨੇ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਇੱਥੇ ਆ ਕੇ ਪੰਜਾਂ ਦੇ ਗੱਲ 'ਚ ਸਰੋਪਾ ਵੀ ਪਾ ਕੇ ਗਿਆ ਤੇ
ਉਹਨਾਂ ਨੂੰ ਮਿਲ ਕੇ ਵੀ ਗਿਆ ਤੇ ਕੀ ਉਹਨਾਂ ਨੂੰ ਉਹ ਨਜ਼ਰ ਨਹੀਂ ਆਉਂਦੇ ਜਿਹੜੇ ਉੱਥੇ ਬੈਠੀ ਸੰਗਤ ਜਿਹੜੀ ਸਰੂਪਾਂ ਦੇ ਬਾਰੇ ਜਿਹੜਾ ਰੋਲਾ ਪਾ ਰਹੀ ਹੈ ਵੀ ਸਰੂਪਾਂ ਦੀ ਜਿਹੜੀ ਬੇਇੱਜ਼ਤੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੀ, ਉਹਦੇ ਬਾਰੇ ਉਹ ਕਦੀ ਨਹੀਂ ਉੱਥੇ ਆ ਕੇ ਬੋਲਿਆ, ਕਦੀ ਗੱਲ ਨਹੀਂ ਕੀਤੀ ਉਹਨੇ। ਤੇ ਮੈਂ ਉਹਨਾਂ ਨੇ ਮੈਨੂੰ ਖਾਸ ਕਰਕੇ ਕਿਹਾ ਵੀ ਤੁਸੀਂ ਜਿਹੜਾ ਕਿ ਬਈ ਇਸ ਨੂੰ ਰਿਲੀਜ਼ ਨਹੀਂ, ਇਹਨੂੰ ਚਲਾਉਣਾ ਨਹੀਂ, ਇਹਨੂੰ ਬਿਲਕੁਲ ਨਾ ਚਲਾਉਣਾ, ਪਤਾ ਨਹੀਂ ਕੌਣ ਬੰਦੇ ਨੇ। ਮੈਂ ਨਾਮ ਵੀ ਦੱਸਿਆ ਉਹਨਾਂ ਨੂੰ, ਕਹਿੰਦੇ ਜੀ ਨਹੀਂ ਅਸੀਂ ਨਹੀਂ ਜਾਣਦੇ, ਤੁਸੀਂ ਨਾ ਹੀ ਚਲਾਉਣਾ, ਤੁਹਾਡੀ ਚੰਗੀ ਗੱਲ ਹੋਏਗੀ। ਤੇ ਮੈਂ ਉਹਨਾਂ ਨੇ ਜਿਹੜੀ ਉਹ ਚੀਜ਼ ਨਹੀਂ ਚਲਾਈ। ਤੇ ਮੈਂ ਇਹ ਸਵਾਲ ਤੁਹਾਡੇ ਨਾਲ ਪੁੱਛਣਾ ਕਿ ਬਈ ਜਿਹੜੇ ਉੱਥੇ ਹਾਲਾਤ ਬਣੇ ਹੋਏ ਨੇ, ਕੀ ਉਹਨਾਂ ਹਾਲਾਤਾਂ ਨੂੰ ਵੇਖਦੇ ਹੋਏ ਕਿ ਵੀ ਹੁਣ ਕੱਲ ਇਹ ਵੀ ਧਰਨਾ ਲਾ ਕੇ ਬੈਠੇ ਹੋਏ ਸਨ, ਲੌਂਗੋਵਾਲ ਵੀ ਉੱਥੇ, ਬਈ ਇਹਨਾਂ ਦੇ ਖਿਲਾਫ ਮੁਕੱਦਮੇ ਦਰਜ ਹੋਣੇ ਚਾਹੀਦੇ ਨੇ, ਖੋਸੇ ਦੇ ਖਿਲਾਫ ਮੁਕੱਦਮੇ ਦਰਜ ਹੋਣੇ ਚਾਹੀਦੇ ਨੇ, ਜਿਹੜੇ ਹੋਰ ਬੈਠੇ ਨੇ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਹੋਣੇ ਚਾਹੀਦੇ ਨੇ। ਇਹਦੇ ਬਾਰੇ ਤੁਸੀਂ ਦੱਸੋ ਵੀ ਇਹ ਹੱਲ ਕਿਸ ਤਰ੍ਹਾਂ ਨਾਲ ਹੋਏਗਾ? ਨਾ ਤਾਂ ਕੋਈ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਚ ਇੰਟਰਫੇਸ ਕਰ ਰਿਹਾ, ਨਾ ਕੋਈ ਬਿਆਨ ਦੇ ਰਿਹਾ, ਕੋਈ ਵੀ ਕੁਝ ਨਹੀਂ ਕਰ ਰਿਹਾ। ਇਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ। ਖਾਲਸਾ ਜੀ, ਗੱਲ ਇਹ ਹੈ, ਅੱਜ ਅਸੀਂ ਸ਼ਹੀਦੀ ਸਮਾਗਮ ਮਨਾਉਣ ਆਏ ਸੀ ਹਰ ਸਾਲ ਦੀ ਤਰ੍ਹਾਂ। ਠੀਕ ਹੈ। ਪਹਿਲਾਂ ਇੱਥੇ ਵੀ ਜ਼ਬਰ ਹੁੰਦਾ ਸੀ। ਹਾਂਜੀ। ਪਹਿਲਾਂ ਸਾਨੂੰ ਇੱਥੇ ਅਰਦਾਸ ਨਹੀਂ ਕਰਨ ਦਿੰਦੇ ਸੀ। ਠੀਕ ਹੈ। ਉਹ ਭਾਵੇਂ ਕਿਸੇ ਦੀ ਸਰਕਾਰ, ਪਹਿਲਾਂ ਅਸੀਂ ਗੇਟ 'ਚ ਬਹਿੰਦੇ ਸੀ, ਗੇਟ 'ਚੋਂ ਧੱਕੇ ਮਾਰਦੇ ਸੀ, ਅੜੇ ਰਹਿੰਦੇ ਸੀ। ਫਿਰ ਅਸੀਂ ਗੇਟ 'ਚ ਉੱਠਦੇ ਇਸ ਜਗ੍ਹਾ ਤੇ ਆ ਗਏ, ਫਿਰ ਧੱਕੇ ਮਾਰਦੇ ਰਹੇ। ਹੁਣ ਫਿਰ ਅਰਦਾਸ ਕਰਨ ਜਾਂਦੇ, ਅਰਦਾਸ ਨਹੀਂ ਕਰ ਦਿੰਦੇ ਸੀ, ਕੀਰਤਨ ਲਾ ਦਿੰਦੇ ਸੀ, ਮੈਕ ਖੋਲ ਲੈਂਦੇ ਸੀ। ਸਿੱਖਾਂ 'ਚ ਬਾਲ ਮਿਲ ਗਿਆ। ਹੁਣ ਸਾਡਾ ਇੱਥੇ ਮੋਰਚਾ ਵੀ ਲੱਗਦਾ ਹੈ, ਅਸੀਂ ਅਰਦਾਸ ਵੀ ਕਰਦੇ ਹਾਂ ਤੇ ਅਸੀਂ ਇੱਥੇ ਆਜ਼ਾਦੀ ਦੀ ਗੱਲ ਵੀ ਕਰਦੇ ਹਾਂ। ਪਰ ਅਸੀਂ ਅੱਜ ਜਿਵੇਂ ਰਾਸ਼ਟਰਪਤੀ ਨੂੰ ਜਿਹੜਾ ਇੱਕ ਮੈਮੋਰੰਡਮ ਦੇਣਾ ਕਿ ਭਾਈ ਸਾਡਾ ਤੋਸ਼ਾਖਾਨਾ ਦੱਸੋ ਕਿੱਥੇ ਆ, ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਕਿੱਧਰ ਗਈ, ਸਾਡਾ ਖਜ਼ਾਨਾ ਕਿੱਧਰ ਗਿਆ, ਸਾਡਾ ਜਿਹੜਾ ਫੌਜ ਨੇ ਮਾਲ ਲੁੱਟਿਆ ਉਹ ਵਾਪਸ ਦਿਓ। ਤੇ ਇੰਦਰਾ ਗਾਂਧੀ ਜਿਹੜੀ ਜ਼ਾਲਮ ਔਰਤ ਸੀ ਜਿਹਨੇ ਦਰਬਾਰ ਸਾਹਿਬ ਢਾਹ ਨਹੀਂ ਸਕਦੀ, ਕਾਨੂੰਨ ਦੇ ਮੁਤਾਬਕ ਢਾਹ ਹੀ ਨਹੀਂ ਸਕਦੀ ਸੀ, ਨਾ ਮੰਦਰ ਢਾਹ ਸਕਦੀ, ਨਾ ਗਿਰਜਾਘਰ ਢਾਹ ਸਕਦੀ ਸੀ, ਤੇ ਉਹ ਕੋਈ ਢਾਹ ਹੀ ਨਹੀਂ ਸਕਦੀ ਸੀ। ਤੇ ਉਹਨੇ ਸਾਡਾ ਦਰਬਾਰ ਸਾਹਿਬ ਢਾਹ, ਤੇ ਫਿਰ ਉਹਨੂੰ ਸਿੰਘਾਂ ਨੇ ਉਹਦੀ ਕੋਠੀ ਦੇ ਵਿੱਚ ਸਖਤ ਸਿਖਾਤਾ ਪੰਥਕ ਰਵਾਇਤਾਂ ਮੁਤਾਬਕ। ਜਦੋਂ ਸਿੱਖ ਆ ਜਿਹੜੇ, ਉਹ ਹਰੇਕ ਸਿੱਖ ਮਾਰਸ਼ਲ ਹੈ, ਹਰੇਕ ਸਿੱਖ ਰੂਲਰ ਹੈ, ਜਿੱਥੇ ਮਰਜ਼ੀ ਉੱਠ ਕੇ ਉਹ ਆਪਣਾ ਜਿਹੜਾ ਕੰਮ ਕਰਦਾ। ਇਸੇ ਕੇਸ ਚ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਕੀਤਾ। ਅਸੀਂ ਕਹਿੰਦੇ ਵੀ ਉਸ ਜਗ੍ਹਾ ਤੇ ਸਾਨੂੰ ਜੇ ਉਹਦੀ ਯਾਦਗਾਰ ਬਣੀ ਹੈ, ਤੇ ਉੱਥੇ ਇੰਦਰਾ ਗਾਂਧੀ ਦੇ ਉੱਥੇ ਸਾੜੀ ਪਈ ਹੈ, ਉਹਦੇ ਬੂਟ ਪਏ ਆ, ਉਹਦਾ ਸਾਰਾ ਸਮਾਨ ਪਿਆ, ਮੈਕਅਪ ਪਿਆ, ਉਹਦੇ ਵਿੱਚ ਰਜੀਵ ਦਾ ਲੈ ਕੇ ਰੱਖਤਾ, ਬੂਟ ਬਾਟ ਸਾਰਾ ਕੁਝ। ਤੇ ਭਾਈ ਸਾਡਾ ਵੀ ਜਦੋਂ ਉੱਥੇ ਸ਼ਹੀਦ ਹੋਇਆ, ਤੇ ਉੱਥੇ ਭਾਈ ਸਾਨੂੰ 150 ਗਜ ਜਗ੍ਹਾ ਦਿਓ, ਅਸੀਂ ਆਪਣਾ ਉੱਥੇ ਗੁਰਦੁਆਰਾ ਬਣਾਈਏ, ਉਹਦੇ ਵਿੱਚ ਸਾਡਾ ਬੇਅੰਤ ਸਿੰਘ ਦਾ ਪਿਸਤੌਲ ਰੱਖੀਏ, ਅਸੀਂ ਉਹਦੇ ਬੂਟ ਰੱਖੀਏ, ਅਸੀਂ ਉਹਦਾ ਰੂਲ ਰੱਖੀਏ, ਅਸੀਂ ਉਹਦੀ ਦਸਤਾਰ ਰੱਖੀਏ, ਅਸੀਂ ਉਹਦੇ ਕੱਪੜੇ ਰੱਖੀਏ, ਅਸੀਂ ਉਹਦੀ ਪਤਨੀ ਦਾ ਜਿਹੜਾ ਸਾਰਾ ਸਮਾਨ ਉਹ ਰੱਖੀਏ, ਅਸੀਂ ਕੇਰ ਸਿੰਘ ਦਾ ਰੱਖੀਏ, ਸਤਵੰਤ ਬੇਅੰਤ ਦਾ ਰੱਖੀਏ। ਅਸੀਂ ਇਹ ਦੱਸੀਏ ਵੀ ਉਹਦੇ ਫੁੱਲ ਕਿੱਥੇ ਪਾਏ ਆ, ਹਜੇ ਤੱਕ ਉਹ ਨਹੀਂ ਦੱਸੇ, ਕਿੱਥੇ ਕੀਰਤਨ ਹੋਇਆ, ਕਿਹੜੇ ਗੁਰਦੁਆਰੇ 'ਚ ਪਾਇਆ, ਨਾ ਅੱਜ ਤੱਕ ਸੰਤ ਜਰਨੈਲ ਸਿੰਘ ਭਿੰਡਰਾਂ ਦਾ ਤੀਰ ਦੱਸਿਆ, ਨਾ ਪਿਸਤੌਲ ਦੱਸਿਆ, ਤੇ ਨਾ ਹੀ ਉਹਦਾ ਸੰਸਕਾਰ ਕਿੱਥੇ ਕੀਤਾ, ਕਿਹਨੇ ਕੀਤਾ। ਫਿਰ ਅਸੀਂ ਉਹਨਾਂ ਦਾ ਵੀ ਕੁਛ ਨਾ ਕੁਛ ਇੱਥੇ ਰੱਖੀਏ, ਤੇ ਉਹ ਉੱਥੇ ਆਪਣੇ ਅਜਾਇਬ ਘਰ ਦੇ ਵਿੱਚ ਜਿਹੜਾ ਬਣਿਆ ਹੋਇਆ ਉਹਦੇ ਰੱਖੀਏ। ਇਸ ਕਰਕੇ ਇਹ ਸਾਰਾ ਕੁਛ ਤਾਂ ਹੋ ਰਿਹਾ। ਇਹਦਾ ਹੱਲ ਤਾਂ ਮੈਂ ਤੁਹਾਨੂੰ ਸਿੱਧਾ ਹੀ ਦੱਸਦਾ, ਅੱਜ ਕਰ ਲਓ, ਕੱਲ ਕਰ ਲਓ, ਪਰਸੋਂ ਕਰਨੇ ਦਾ ਹੱਲ ਹੈ ਖਾਲਿਸਤਾਨ। ਜਿਸ ਦਿਨ ਦਰਬਾਰ ਸਾਹਿਬ ਕਰਨਗੇ, ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋਏਗਾ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਪਰ ਜਿਹੜਾ ਦਰਬਾਰ ਸਾਹਿਬ ਦੇ 328 ਸਰੂਪਾਂ ਬਾਰੇ ਪੁੱਛਿਆ ਵੀ ਜਿਹੜੇ ਬੰਦੇ, ਹੁਣ ਆਪਾਂ ਵਾਰੀ ਵਾਰੀ ਜੀ ਕਹੀਏ ਬਾਦਲ ਦੇ ਉਹ ਕਿਵੇਂ ਕਹਿੰਦੇ, ਜਿਹੜਾ ਬੰਦਾ ਦਰਬਾਰ ਸਾਹਿਬ ਤੋਂ ਆ ਸਕਦਾ ਹੈ, ਗਲਾ 'ਚ ਟਾਇਰ ਪਵਾ ਸਕਦਾ ਹੈ, 2500 ਗੁਰੂ ਗ੍ਰੰਥ ਸਾਹਿਬ ਦੀ ਭੀੜ ਅੱਗ ਕਾਂਗਰਸ ਤੋਂ ਰਲ ਕੇ ਸੜਾ ਸਕਦਾ ਹੈ, ਤੇ ਸਾਡੀ ਕੌਮ ਦੇ ਸ਼ਹੀਦੀਆਂ ਦੇ ਉੱਤੇ ਲੀਡਰੀ ਕਰਕੇ ਬੀਜੇਪੀ ਆਰਐਸਐਸ ਰਾਸ਼ਟਰੀ ਸਿੱਖ ਸੰਘ ਦਾ ਹੱਥ ਟੋਕਾ ਬਣ ਸਕਦਾ ਹੈ, ਤੇ ਉਹ ਬਗਰਾੜੀ ਦੇ ਵਿੱਚ ਇੱਕ ਗੁਰੂ ਸਾਡੇ ਗਾਇਬ ਹੋ ਗਏ, ਚੋਰੀ ਹੋ ਗਏ। ਉਹ ਫਿਰ ਚੋਰੀ ਹੋਣ ਤੋਂ ਬਾਅਦ ਧਮਕੀ ਪੱਤਰ ਲੱਗ ਗਏ, ਧਮਕੀ ਪੱਤਰ ਤੋਂ ਲੱਗਣ ਤੋਂ ਬਾਅਦ 2 ਸਿੰਘ ਸ਼ਹੀਦ ਹੋ ਗਏ, ਗਲੀਆਂ 'ਚ ਗੁਰੂ ਰੁਲ ਗਏ, ਪੰਜਾਬ ਬੰਦ ਹੋ ਗਿਆ, ਸੜਕਾਂ ਬੰਦ ਹੋ ਗਈਆਂ। ਤੇ ਫਿਰ ਨਾ ਜਸਟਿਸ ਜੋਰਾ ਸਿੰਘ ਕਮਿਸ਼ਨ ਨੇ ਕੀਤਾ, ਨਾ ਸੀਬੀਆਈ ਨੇ ਕੀਤਾ, ਨਾ ਬਾਦਲ ਨੇ ਕੀਤਾ। ਫਿਰ ਕੀ ਅਸੀਂ ਕਿਹਾ ਵੀ 6 ਬੰਦੇ ਫੜ ਲਓ, 4 ਮੈਂਬਰੀ ਕਮੇਟੀ ਬਣੀ ਸੀ, ਪਰ 6 ਮੈਂਬਰੀ, ਇਸ ਕਮੇਟੀ ਦਾ ਮੈਂਬਰ ਸਰਜੀਤ ਸਿੰਘ ਵੀ ਹੈ। ਇਹ ਜਦੋਂ ਮੈਂਬਰ ਬਣੇ ਸੀਗਾ 6 ਬੰਦੇ ਫੜ ਲਓ, ਉਹਨਾਂ ਨੇ 6 ਦੀ ਫੜ ਦੇ ਸਾਨੂੰ ਫੜ ਲਿਆ। ਤੇ ਅਸੀਂ ਆਖਿਆ ਵੀ ਇਹਨੂੰ ਫੜ ਕੇ ਕਰੋ, ਨਹੀਂ ਤਾਂ ਸਾਡੇ ਹਵਾਲੇ ਕਰੋ, ਅਸੀਂ ਮਿੰਟ 'ਚ ਕਢਾ ਦਿੰਨੇ ਆ, ਕਿਉਂਕਿ ਅਸੀਂ ਇਨਵੈਸਟੀਗੇਸ਼ਨ ਕੀਤੀ ਸੀ। ਫਿਰ ਉਹ ਸਮਾਂ ਸਾਡੇ ਤੇ ਤਾਂ ਰਾਖੀ ਕਰਦੇ, ਸਾਡੇ ਘਰਾਂ ਤੇ ਪੁਲਿਸ ਲਾਤੀ ਵੀ ਇਹਨੂੰ ਫੜ ਲਓ, ਕਿੱਧਰ ਜਾਂਦੇ ਆ। ਤੇ ਉਧਰ ਸਿਰਸੇ ਵਾਲੇ ਸਾਹਿਬ ਦੀ ਫਿਲਮ ਮੈਸੇਂਜਰ ਆਫ ਗॉड, ਉਹਦੇ ਤੇ 11 ਬੰਦੇ ਲਾਤੇ। ਹੁਣ ਪੰਥ ਹੀ ਕਰ ਲੈ, ਹੁਣ ਪੰਥ ਜੇ ਕਹੇ ਵੀ ਇਹ ਲੱਭ ਦੇਣਗੇ, ਕਿਵੇਂ ਲੱਭ ਦੇਣਗੇ, ਕਿਉਂਕਿ ਇਹਨਾਂ ਦਾ ਨੈਸ਼ਨਲ ਮੀਡੀਆ ਤੇ ਜਿਹੜਾ ਇਲੈਕਟ੍ਰੋਨਿਕਸ ਮੀਡੀਆ ਇਹਨਾਂ ਦਾ ਸਾਥ ਦੇ ਰਿਹਾ, ਕਿਉਂਕਿ ਉਹ ਮੋਦੀ ਦੇ ਮੁਤਾਬਕ ਚੱਲਦਾ ਹੈ, ਸਾਨੂੰ ਗੁਲਾਮ ਰੱਖਣ ਲਈ ਚੱਲਦਾ ਹੈ। ਇਹ ਤੋਂ ਡਰ ਕੇ ਯੋਧੇ ਐਸਐਸਓ ਵਾਲੇ ਜਿਹੜੇ ਆਏ ਹੈ,
ਇਹੀ ਤਾਂ ਮਾੜੀ ਮੋਟੀ ਆਵਾਜ਼ ਪਹੁੰਚਾਉਂਦੇ ਆ। ਜੇ ਕਿਤੇ ਤੁਸੀਂ ਵੀ ਚੁੱਪ ਕਰ ਜਾਵੋ ਫਿਰ ਆਵਾਜ਼ ਤਾਂ ਭਾਈ ਕਿੱਧਰ ਜਾਣੀ ਆ। ਪਰ ਇਹ ਜਿਹੜੇ ਬੰਦੇ ਗੁਰੂ ਦੇ ਦੋਸ਼ੀ ਆ, ਇਹ ਜਿਹੜੇ ਨੇ 327 ਸਰੂਪ ਗਾਇਬ ਹੋ ਗਿਆ। ਮੈਨੂੰ ਦੱਸੋ, ਪਹਿਲਾਂ ਤੈਨੂੰ ਇਹ ਨਹੀਂ ਪਤਾ ਸੀ? ਪਹਿਲਾਂ ਕਹਿੰਦੇ 267 ਗਾਇਬ ਹੋ ਗਏ, ਫਿਰ ਕਹਿੰਦੇ 328, ਫਿਰ ਕਹਿੰਦੇ 453, ਹਜੇ ਪੂਰੀ ਗਿਣਤੀ ਕੋਈ ਨਹੀਂ ਪਤਾ। ਤੇ ਫਿਰ ਮੱਕੜ ਸਾਹਿਬ ਤੇ ਆਪਣਾ ਮਹਿਤਾ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅਗਨ ਭੇਟ ਹੋਏ ਆ ਤੇ ਉਹ ਅਗਨ ਭੇਟ ਹੋਏ ਗਏ ਤੇ ਉੱਥੇ ਕਹਿੰਦੇ ਜੀ ਸਰੂਪ 15 ਭੇਟ ਹੋਏ ਤੇ ਹੋਏ ਸੀ 65। ਜਦੋਂ 65 ਹੋਏ, ਉਹ 65 ਜਿਹੜੇ ਸੂਬੇ ਨੂੰ ਇਹਨਾਂ ਨੂੰ ਆਪ ਪਤਾ ਸੀ, ਉਹ 15 ਕੱਢ ਕੇ ਉਹ ਜਿਹੜੇ 328 ਹੋਏ 65 ਕੱਢ ਕੇ ਚਾਹੁੰਦੇ ਸੀ। ਇਹ ਜਿਹੜੇ ਇਹਨਾਂ ਨੂੰ ਇਹ ਨਹੀਂ ਪਤਾ। ਤੇ ਫਿਰ ਲੌਂਗੋਵਾਲ ਸਾਹਿਬ ਨੇ ਕੀ ਕਿਹਾ? ਕਹਿੰਦਾ ਜੀ ਮੈਂ ਫੌਜਦਾਰੀ ਮੁਕੱਦਮਾ ਦਰਜ ਕਰਾਉਂਗਾ। ਹੁਣ ਜਦੋਂ ਫੌਜਦਾਰੀ ਸਾਰੇ ਉਲਝਦੇ ਸੀਗੇ ਕਿੱਥੋਂ ਪਤਾ ਉਦੋਂ ਬਾਅਦ ਕੀ ਕੀਤਾ? ਕਹਿੰਦਾ ਨਾ ਜੀ ਇਹ ਤਾਂ ਸ਼੍ਰੋਮਣੀ ਕਮੇਟੀ ਦਾ ਮਾਮਲਾ ਹੈ, ਕੌਮ ਦਾ ਅਸੀਂ ਆਪ ਹੱਲ ਕਰਾਂਗੇ। ਮੰਨ ਲਓ ਸ਼੍ਰੋਮਣੀ ਕਮੇਟੀ ਦੇ ਬੰਦੇ ਦਾ ਕੋਈ ਕਤਲ ਹੋ ਜਾਂਦਾ ਹੈ ਤੇ ਸ਼੍ਰੋਮਣੀ ਕਮੇਟੀ ਵੀ ਕੇਸ ਮੈਂ ਆਪ ਚਲਾਉਂਗੀ ਤੇ ਫਿਰ ਪੁਲਿਸ ਦਖਲ ਨਹੀਂ ਕਰੂਗੀ। ਕੈਪਟਨ ਅਮਰਿੰਦਰ ਸਿੰਘ ਵੀ ਤੇ ਇਹਦੀ ਸਰਕਾਰ ਵੀ ਨਲਾਇਕ ਹੈ, ਇਹਨੂੰ ਵੀ ਪਰਚਾ ਦਰਜ ਕਰਨਾ ਚਾਹੀਦਾ ਜੀ, ਗੁਰੂ ਹੈ। ਫਿਰ ਦੂਜੇ ਪਾਸੇ ਦੋਹਰੇ ਮਾਪਦੰਡ ਹੈ। ਇੱਕ ਤਾਂ ਪਾਸੇ ਤਾਂ ਗੁਰੂ ਦੀ ਬੇਅਦਬੀ ਹੋ ਗਈ ਗੁਰਦੁਆਰੇ 'ਚ, ਗੁਰੂ ਚੋਰੀ ਹੋਵੇ, ਉੱਥੇ ਤਾਂ ਫੌਜਦਾਰੀ ਪੁਲਿਸ ਦਖਲ ਲੈਂਦੀ ਹੈ। ਇਹ ਤੇ ਹੁਣ ਜੱਲੇ ਦੇ ਵਿੱਚ ਤੇ ਇੱਕ ਆਪਣੇ ਜੱਲੇ ਦੇ ਵਿੱਚ ਤੇ ਇੱਕ ਤਰਖਾਣ ਮਾਜਰੇ ਵਿੱਚ ਗੁਰੂ ਸਾਹਿਬ ਦੇ ਮੁੰਡਾ ਕਰ ਗਿਆ, ਉਹਦੀ ਕੀ ਹੋਈ? ਉਹਦੀ ਤਾਂ ਪੁਲਿਸ ਦਖਲਅੰਦਾਜ਼ੀ ਕੀਤੀ, ਦੇਸ਼ ਤੋਂ ਵੀ ਲਾਤਾ। ਇਹ ਸਾਰੇ ਨਾਲ ਮਿਲ ਕੇ ਕਰ ਰਹੇ, ਇਹਨਾਂ ਨੂੰ ਕੱਖ ਨਹੀਂ ਪਤਾ। ਬਾਕੀ ਗੱਲ ਸਿੱਧੀ ਹੈ, ਜਦੋਂ ਜਥੇਦਾਰ ਹਰਪ੍ਰੀਤ ਸਿੰਘ ਲਿਫਾਫੇ ਚੋਂ ਨਿਕਲਦਾ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਿਫਾਫੇ ਚੋਂ ਨਿਕਲਦਾ, ਹੁਣ ਇਹਦੇ ਬੋਲ ਰਹੇ ਨੀਰੇ ਵੇਖੋ ਸਾਡਾ ਬਾਪੂ ਗੁੰਮ ਹੋ ਜੇ ਤੇ ਆਪਾਂ ਨੂੰ ਦੱਸਣਾ ਪੈਂਦਾ ਕਿੱਧਰ ਗਿਆ ਸਾਡਾ ਬਾਪੂ। ਦਰਿਆਵੀ ਸਾਡੇ ਗੁਰੂ ਗ੍ਰੰਥ ਸਾਹਿਬ ਗਾਇਬ ਹੋ ਗਏ ਨੇ। ਹੁਣ ਨਾ ਹਰਸਿਮਰਤ ਬੋਲਦੀ ਆ, ਨਾ ਪ੍ਰਕਾਸ਼ ਸਿੰਘ ਬਾਦਲ ਬੋਲਦਾ, ਨਾ ਮਜੀਠੀਆ ਬੋਲਦਾ, ਨਾ ਲੌਂਗਲ ਸਾਹਿਬ ਬੋਲਦੇ ਆ, ਕੋਈ ਬੋਲਦੇ ਨਹੀਂ। ਕਿਉਂ ਨਹੀਂ ਬੋਲਦਾ? ਕਿਉਂਕਿ ਇਹਨਾਂ ਨੂੰ ਪਤਾ ਕਿੱਥੇ ਆ ਇਹਨਾਂ ਦੀ ਸਕਸੈਸ ਤੇ ਇਹਨਾਂ ਦਾ ਸਾਰੀ ਸਾਂਝਗੜ ਹੈ। ਜੇ ਇਹ ਬੋਲੇ ਵੀ ਕਿੱਥੇ ਗਏ ਆ ਤੇ ਇਹ ਫੇਰ ਕਹਿਣਗੇ ਸਰਸਿਆ ਮੈਂ ਦੱਸੂ ਤੁਹਾਨੂੰ ਕਿੱਥੇ ਆ। ਇੱਕ ਦੂਜੀ ਦੀ ਤਾਰਾਂ ਜੁੜੀਆਂ ਹੋਈਆਂ। ਇਹ ਦਰਅਸਲ ਪਤਾ ਗੁਰੂ ਗ੍ਰੰਥ ਸਾਹਿਬ ਗਏ ਆ ਸਰਸੇ ਵਾਲੇ ਸਾਹਿਬ ਦੇ ਡੇਰੇ 'ਚ ਗਏ ਜਾਂ ਨਾਗਪੁਰ ਗਏ ਆ ਜਾਂ ਆਸ਼ੂਤੋਸ਼ ਵੜ। ਇਹ ਫਿਰ ਗੁਰੂ ਸਾਹਿਬ ਜਦੋਂ ਅਸੀਂ ਮਰ ਜਾਾਂਗੇ ਨਾ ਸਾਰੇ, ਇਹ ਫਿਰ ਗੁਰੂ ਸਾਹਿਬ ਦੇ ਵਿੱਚ ਉਹਦੇ 'ਚ ਤਬਦੀਲੀਆਂ ਕਰਕੇ ਇਹ ਫਿਰ ਸਾਡੇ ਬੱਚਿਆਂ ਨੂੰ ਦੱਸਣਗੇ ਵੀ ਆਹ ਸੱਚਾ ਗੁਰੂ ਆ, ਅਲਝਾਉਣਗੇ, ਗੁਰੂ ਨਾਲ ਤੋੜਨਗੇ। ਇਹ ਸਾਰੀਆਂ ਪਾਲਿਸੀਆਂ ਇਹਨਾਂ ਦੀਆਂ ਹੈਗੀਆਂ। ਹੁਣ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਛਪ ਚੁੱਕੇ ਆ ਨਾ, ਉਹਦੇ 2000 ਗਲਤੀਆਂ ਕੀਤੀਆਂ ਨੇ। ਅਸੀਂ ਉਹਦੀ ਸਾਰੀ ਛਾਣਬੀਨ ਹੈ, ਕੌਮ ਦੇ ਮਾਮਲੇ ਵੱਡੇ ਆ, ਇਹ ਵੀ ਕਰਾਂਗੇ। ਤੇ ਇਹ ਜਿਹੜਾ ਹਰਪ੍ਰੀਤ ਸਿੰਘ ਕਹਿੰਦੇ ਤੁਸੀਂ ਇੱਥੇ ਆ ਕੇ 5 ਸਿੰਘ ਬੈਠੇ ਸੀਗੇ, ਉਹਦੇ ਗੱਲ 'ਚ ਪਾ ਗਿਆ ਸਰੋਪੇ ਦੇ ਜਾ। ਹੁਣ ਹਰਪ੍ਰੀਤ ਸਿੰਘ ਆਪੇ ਥੋੜੀ ਆਇਆ, ਉਹਨੂੰ ਬਾਦਲ ਨੇ ਭੇਜਿਆ, ਉਹਨੂੰ RSS ਮੋਦੀ ਨੇ ਭੇਜਿਆ ਵੀ ਇਹ ਭੇਜੋ ਵੀ ਅਸੀਂ ਧਰਨਾ ਲਾਵਾਂਗੇ। ਉਹ ਬਾਦਲ ਦੇ ਤੇ BJP RSS ਦੇ ਸਿੱਖ ਸੀਗੇ, ਉਹ ਬੈਠੇ ਧਰਨਾ ਲਾਵਾਂਗੇ। ਜਿਵੇਂ ਤੁਸੀਂ ਵੇਖੋ ਇੱਥੇ ਧਰਨਾ ਲਾਉਂਦਾ ਕੇਜਰੀਵਾਲ ਰਾਜਪਾਲ ਤੇ ਇੱਕ ਅੰਨਾ ਹਜ਼ਾਰੇ ਧਰਨਾ ਲਾਉਂਦਾ। ਜਦੋਂ ਅੰਨਾ ਹਜ਼ਾਰੇ ਧਰਨਾ ਲਾਉਂਦਾ ਭੁੱਖ ਹੜਤਾਲ ਰੱਖਦਾ, ਪਤਾ ਕੀ ਹੁੰਦਾ? ਫਿਰ ਪਾਰਲੀਮੈਂਟ ਦਾ ਸੈਸ਼ਨ ਵੀ ਬੁਲਾਇਆ ਜਾਂਦਾ ਤੇ ਪੂਰੀ ਦੁਨੀਆ 'ਚ ਮੀਡੀਆ ਪਿੱਟਦਾ। ਤੇ ਉਧਰ ਸਾਡਾ ਬਾਪੂ ਸੂਰ ਸਿੰਘ ਬੈਠਾ ਭੁੱਖ ਹੜਤਾਲ ਤੇ ਤਾਂ ਕੋਈ ਬੋਲਦਾ ਨਹੀਂ, ਅਸੀਂ ਧਰਨਾ ਲਾਇਆ ਬੋਲਦਾ ਨਹੀਂ। ਪਰ ਹਰਪ੍ਰੀਤ ਸਿੰਘ ਇਹ ਜਵਾਬ ਦੇਵੇ ਯਾਨੀ ਵੀ ਇੱਥੇ ਤਾਂ ਉਹ ਸਰੋਪਾ ਪਾਉਣ ਆ ਗਿਆ, ਚੱਲ ਪਾ ਦੇ, ਕੋਈ ਚੱਕਰ ਨਹੀਂ। ਉੱਥੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਲੌਂਗੋਵਾਲ 'ਚ ਅਸੀਂ ਮੋਰਚਾ ਲਾਇਆ ਲਗਾਤਾਰ ਮਹੀਨੇ ਤੋਂ, ਉੱਥੇ ਤੋਂ ਆਇਆ ਨਹੀਂ। ਉੱਥੇ ਵੀ ਉਹਨੂੰ ਜਿਹੜੇ ਸਿੱਖਾਂ ਦੇ ਜ਼ੁਲਮ ਹੋਇਆ ਉੱਥੇ ਉਹਨੂੰ ਗੱਲ ਕਰਨੀ, ਜ਼ੁਲਮ ਨਹੀਂ ਕਰਨਾ ਚਾਹੀਦਾ ਸੀ। ਪਰ ਮੈਂ ਤੁਹਾਨੂੰ ਅੱਜ ਦੱਸਦਾ ਸਿਧਾਂਤ ਹੁੰਦਾ ਹੈ। ਮੈਂ ਇਹਨਾਂ ਸਿੱਖਾਂ ਨੂੰ ਕਿਹਾ ਸੀਗਾ ਅਸੀਂ 14 ਤਰੀਕ ਨੂੰ ਪੰਥ ਦਾ ਇਕੱਠ ਬਣਿਆ ਸੀ, ਪਰ ਇਹਨਾਂ ਨੇ ਜਿਹੜੇ ਉੱਥੇ ਧਰਨਾ ਲਾਇਆ ਉਹਨਾਂ ਨੇ ਕਹਿਤਾ ਵੀ ਅਸੀਂ 14 ਨੂੰ ਮੋਰਚਾ ਲਾਵਾਂਗੇ, ਪਰ ਅਸੀਂ ਪੰਥ ਦੀ ਰਹਿ ਲੈਣੀ ਸੀ, ਪਰ ਅਸੀਂ 17 ਨੂੰ ਪੰਥ ਦਾ ਇਕੱਠ ਕਰ ਲਿਆ। ਇਹ ਵੀਰਾਂ ਨੇ ਪਹਿਲਾਂ ਮੋਰਚਾ ਲਾਤਾ, ਚਲ ਕੋਈ ਨਹੀਂ ਲਾਤਾ, ਪਰ ਅਸੀਂ ਇਹਨੂੰ ਦਿੱਤਾ ਸੀ ਜਿਹੜਾ ਸਿਧਾਂਤ ਹੁੰਦਾ ਨਾ, ਇਹ ਮੋਰਚਾ ਤੁਸੀਂ ਬਾਹਰ ਲਾਉਣਾ ਸੀ, ਕਿਉਂਕਿ ਇਹ ਮੋਰਚਾ ਸਿਧਾਂਤ ਦੇ ਮੁਤਾਬਕ ਦਰਬਾਰ ਸਾਹਿਬ ਦੇ ਵਿੱਚ ਨਹੀਂ ਲੱਗਦਾ। ਕੱਲ ਨੂੰ ਕੋਈ ਕਾਮਰੇਡ ਉੱਠੂਗਾ, ਉਹ ਕਾਲ ਤੱਕ ਤੇ ਬਹਿ ਜਾਊਗਾ, ਕੱਲ ਨੂੰ ਮੈਂ ਉੱਠੂਗਾ, ਫਿਰ ਹੁਣ ਧਰਨੇ ਮੁਜ਼ਾਹਰਿਆਂ ਦਾ ਅੱਡਾ ਦਰਬਾਰ ਸਾਹਿਬ ਨਹੀਂ ਬਣ ਸਕਦਾ। ਪਰ ਜਿਹੜੀ ਉਹਨਾਂ ਤੇ ਕੁੱਟ ਪਈ ਹੈ ਉਹਦੀ ਅਸੀਂ ਨਿੰਦਿਆ ਕਰਦੇ ਆ ਤੇ ਅਸੀਂ ਇਹਦਾ ਬਦਲਾ ਜ਼ਰੂਰ ਲਵਾਂਗੇ। ਉਹ ਨਾ ਲੈ ਸਕੇ ਤੇ ਅਸੀਂ ਕਹਿੰਦੇ ਗਿਆਨੀ ਪ੍ਰਤਾਪ ਸਿੰਘ ਹੈ ਬੜਾ ਜ਼ਾਲਮ ਹੈ, ਪਹਿਲਾਂ ਮਾਨ ਸਾਹਿਬ ਤੇ ਪਰਚਾ ਕਰਾਇਆ, ਫਿਰ ਮੇਰੇ ਤੇ ਕਰਾਇਆ, ਫਿਰ ਸਿੰਘ ਸਾਹਿਬ ਤੇ ਕਰਾਇਆ, ਉਹਨੂੰ ਡਿਸਮਿਸ ਕਰਨਾ ਚਾਹੀਦਾ। ਫਿਰ ਇਹ ਡਿਸਮਿਸ ਕਰਨ ਦੀ ਗੱਲ ਕਿਉਂ ਨਹੀਂ ਕਰਦੇਗੇ? ਇਹ ਸਾਰਾ ਕੁਝ ਜਿਹੜਾ ਜ਼ਬਰ ਜ਼ੁਲਮ ਹੋਇਆ ਇਹਦਾ ਅਸੀਂ ਹਿਸਾਬ ਕਿਤਾਬ ਲੈ ਕੇ ਰਵਾਂਗੇ। ਕਿਸਾਨਾਂ ਦਾ ਮੋਰਚਾ ਸ਼ੰਭੂ ਚੱਲਦਾ, ਅਸੀਂ ਕਹਿਣਾ ਵੀ ਕਿਸਾਨ ਜਥੇਬੰਦੀਆਂ ਨੂੰ ਕਹਿਣਾ ਮੋਦੀ ਕੋਲੇ ਨਾ ਆਓ, ਮੋਦੀ ਨੇ ਤੁਹਾਨੂੰ ਜ਼ੁਲਮ ਕਰਨਾ ਤੇ ਇਸ ਕਰਕੇ ਇਹ ਸਾਰੀ ਚੋਰ ਗੁੱਤੀ ਸਾਰੇ ਰਲੇ ਹੋਏ ਆ। ਜਿਹੜਾ ਅੱਜ ਝੰਡਾ ਨਾ ਤਿਰੰਗਾ, ਅੱਜ ਝੰਡਾ ਤਿਰੰਗਾ, ਉਹ ਕਹਿੰਦੇ ਵੀ ਝੰਡੇ ਸਿੱਖ ਬੜੇ ਚੌੜੇ ਹੋਏ ਫਿਰਦੇ ਆ ਵੀ ਸਾਡੇ ਤਿਰੰਗੇ 'ਚ ਸਾਡਾ ਉੱਪਰਲਾ ਜਿਹੜਾ ਰੰਗ ਹੈ ਉਹ ਕੇਸਰੀ ਸਾਡਾ ਹੈ। ਮਾਨ ਸਾਹਿਬ ਨੇ ਪਾਰਲੀਮੈਂਟ ਉਸ ਬੜਾ ਕੇਸਰੀ ਸਾਡਾ ਰੰਗ ਨਹੀਂ ਹੈਗਾ, ਜਿਹੜਾ ਉੱਪਰਲਾ ਜਿਹੜਾ ਰੰਗ ਹੈ ਇਹ ਪਤਾ ਕਿਹਦਾ?
ਇਹ ਆਰਐਸਐਸ ਦਾ ਭਗਵਾਂ ਦਾ, ਜਿਹੜਾ ਗਰੀਬ ਰੰਗ ਮੁਸਲਮਾਨਾਂ ਦਾ, ਤੇ ਜਿਹੜਾ ਚਿੱਟਾ ਰੰਗਾ ਸਾਈਆਂ ਦਾ, ਤੇ ਸ਼ੋਕ ਚਿੱਤਰ ਜੈਨੀਆਂ ਬੋਧੀਆਂ ਦਾ। ਤੇ ਫਿਰ ਆਪਾਂ ਕਹਿੰਦੇ ਝੰਡੇ 'ਚ ਡੰਡਾ ਹੈ ਸਾਡਾ, ਡੰਡਾ ਕੋਈ ਨਹੀਂ, ਇਹ ਡੰਡਾ ਵੀ ਇਹਨਾਂ ਦਾ ਝੰਡਾ ਵੀ ਹੈ। ਇਹ ਡੰਡੇ ਦੇ ਨਾਲ ਹੀ ਸਾਡਾ ਦਰਬਾਰ ਸਾਹਿਬ ਢਾਇਆ, ਇਹ ਡੰਡੇ ਨਾਲ ਧੀਆਂ ਭੈਣਾਂ ਦੀ ਬੇਪਤੀਆਂ ਕੀਤੀਆਂ, ਇਸੇ ਡੰਡੇ ਦੇ ਨਾਲ ਸਾਡੀ ਨਸਲ ਕੁੱਤੀ ਹੈ, ਇਸੇ ਡੰਡੇ ਦੇ ਨਾਲ ਹੀ ਸਾਡੇ ਤੇ ਜ਼ਬਰ ਜ਼ੁਲਮ ਕਰ ਰਿਹਾ। ਅਸੀਂ ਇਹਨਾਂ ਦਾ ਡੰਡਾ ਵੀ ਤੋੜ ਦਿਆਂਗੇ ਤੇ ਅਸੀਂ ਆਜ਼ਾਦ ਸਿੱਖ ਖਾਲਸਾ ਰਾਜ, ਜਿਹਦੇ 'ਚ ਨਾ ਹਿੰਦੂ ਨਾ ਮੁਸਲਮਾਨ ਤੰਗ ਹੋਵੇਗਾ, ਨਾ ਮੰਦਿਰ ਹੋਵੇਗਾ, ਨਾ ਮਸਜਿਦ ਹੋਵੇਗੀ, ਨਾ ਗਿਰਜਾ ਘਰ ਹੋਵੇਗਾ, ਨਾ ਬੀਬੀਆਂ ਦੀ ਬੇਪਤੀ ਥਾਣਿਆਂ ਵਿੱਚ ਹੋਊਗੀ, ਨਾ ਕਿਸੇ ਨੂੰ ਫਾਂਸੀ ਲੱਗੂਗੀ। ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਫਾਂਸੀ ਪਤਾ ਕੀ ਲੱਗਦੀ? ਜਿਹੜਾ ਬੰਦਾ ਬੀਬੀ ਦੀ ਇੱਜ਼ਤ ਨੂੰ ਹੱਥ ਪਾਉਂਦਾ ਸੀ, ਬਾਬਾ ਬੰਦਾ ਸਿੰਘ ਬਹਾਦਰ। ਅੱਜ ਤੁਸੀਂ ਜ਼ਮੀਨਾਂ ਕਹਿੰਦੇ ਜ਼ਮੀਨਾਂ ਦੇ ਦਿਓ, ਕਦੇ ਮੋਦੀ ਦੀ ਮਦਦ ਕਰੇ, ਮੋਦੀ ਦਾ ਆਪ ਭੁਖਾ ਰਹੀ ਸੀ। ਇਹ ਸ਼ੂਦਰ ਹੈ, ਇਸ ਕਰਕੇ ਸਾਰੀਆਂ ਗੱਲਾਂ ਕਰਨੀਆਂ ਚਾਹੀਦੀਆਂ। ਇਹ ਬਾਬਾ ਬੰਦਾ ਸਿੰਘ ਬਹਾਦਰ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਹਿੰਦੂ ਤੇ ਸਿੱਖ ਸਾਰੇ ਮਜਾਰੇ ਸੀ, ਇਹ ਮਾਲਕ ਬਣਾਇਆ ਸੀ। ਕਰਕੇ ਇਹ ਤਾਂ ਹੋਊਗਾ ਜੇ ਸਾਡਾ ਖੁਸ਼ਿਆ ਰਾਜ ਖਾਲਸਾ ਰਾਜ ਦੇ ਖਾਲਸਾ ਨੂੰ। ਠੀਕ ਹੈ। ਇਹ ਸੰਜੀਤ ਜੀ ਸਰਦਾਰ ਆਪਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ, ਜਿਨ੍ਹਾਂ ਨੇ ਸਾਨੂੰ ਆਪਣੇ ਬਾਰੇ ਔਰ ਅੱਜ ਜੋ ਬਿਆਨ ਸਿੰਘ ਦੀ ਇੱਥੇ ਬਰਸੀ ਮਨਾਈ ਜਾ ਰਹੀ ਹੈ ਉਹਦੇ ਬਾਰੇ ਤੇ ਕੁਝ ਅਸੀਂ ਆਸੇ-ਪਾਸੇ ਦੇ ਸਵਾਲ ਜਿੰਨੇ ਵੀ ਸਨ ਇਹਨਾਂ ਦੇ ਕੋਲੋਂ ਬੜੇ ਬੇਬਾਕੀ ਦੇ ਨਾਲ ਪੁੱਛੇ ਨੇ। ਸੋ ਇਹਨਾਂ ਨੇ ਸਾਨੂੰ ਆਪਣੇ ਸਵਾਲਾਂ ਦਾ ਬੜੀ ਦਲੇਰੀ ਦੇ ਨਾਲ ਜਵਾਬ ਦਿੱਤਾ। ਸੋ ਅਸੀਂ ਇਹਨਾਂ ਦੀ ਸਾਰੀ ਪਾਰਟੀ ਦਾ, ਸਾਰੇ ਇਹਨਾਂ ਦੇ ਨੁਮਾਇੰਦਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।